ਮਿਹਰਬਾਨੀ, ਸ਼ੁਕਰੀਆ। ਕਿ ਮੇਰੀ ਆਵਾਜ਼ ਤੁਹਾਡੇ ਤੱਕ ਠੀਕ ਢੰਗ ਨਾਲ ਪੁੱਜ ਰਹੀ ਹੈਗੀ? ਹੈਲੋ। पहुंच रही है सर। ਹਾਂਜੀ। ਤੋ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਹੈਗੀ ਆ, ਥੋੜਾ ਜਿਹਾ ਆਪਾਂ ਉਸ ਵਿਸ਼ੇ ਤੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜਿਹੀ ਇੱਕ ਮੈਂ ਲਾਈਟ ਮੂਡ ਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਲਾਈਟ ਮੂਡ ਦੇ ਵਿੱਚ ਗੱਲ ਇਹ ਆ ਕਿ ਅਕਸਰ ਤੁਸੀਂ ਆਪ ਜਾਂ ਆਪਣੇ ਕਿਸੇ ਬਜ਼ੁਰਗ ਨੂੰ ਕਿਸੇ ਨਾ ਕਿਸੇ ਸਮੇਂ ਤੁਸੀਂ ਉਹਨਾਂ ਦੀਆਂ ਅੱਖਾਂ ਟੈਸਟ ਕਰਾਉਣ ਲੈ ਕੇ ਗਏ ਹੋਵੋਗੇ, ਤੇ ਜਿਸ ਸਮੇਂ ਤੁਸੀਂ ਉਹਨਾਂ ਦੀਆਂ ਅੱਖਾਂ ਟੈਸਟ ਕਰਾਉਣ ਲੈ ਕੇ ਗਏ ਹੋਵੋਗੇ ਤਾਂ ਜਿਹੜਾ ਅੱਖਾਂ ਟੈਸਟ ਕਰਨ ਵਾਲਾ ਡਾਕਟਰ ਜਾਂ ਆਪਥਾਲੋਮਿਸਟ ਹੁੰਦਾ, ਜਿਹੜਾ ਉਹ ਕੀ ਕਰਦਾ ਹੈ ਕਿ ਇੱਕ ਕੁਰਸੀ ਤੇ ਬਿਠਾ ਲੈਂਦਾ ਹੈ ਤੇ ਸਾਹਮਣੇ ਇੱਕ ਜਿਹੜਾ ਲੱਗਿਆ ਹੋਇਆ ਬੋਰਡ ਆ ਜਿਹਦੇ ਉੱਤੇ ABC ਜਾਂ ਊੜਾ ਆੜਾ ਲਿਖਿਆ ਹੁੰਦਾ, ਉਹ ਪੜ੍ਹਨ ਲਈ ਆਖਦਾ। ਇਹ ਐਕਸਪੀਰੀਅੰਸ ਤੁਸੀਂ ਅਕਸਰ ਤੁਹਾਡੇ ਨਾਲ ਵਾਪਰਿਆ ਹੋਵੇਗਾ, ਜਾਂ ਮਤਲਬ ਕਿ ਇਹ ਜਿਹੜਾ ਐਕਸਪੀਰੀਅੰਸ ਆ ਇਹ ਤੁਸੀਂ ਆਪਣੇ ਕਿਸੇ ਬਜ਼ੁਰਗ ਨੂੰ, ਕਿਸੇ ਮਾਂ ਬਾਪ, ਭੈਣ ਭਾਈ, ਚਾਚੇ ਤਾਏ ਜਾਂ ਦਾਦਾ ਦਾਦੀ, ਨਾਨਾ ਨਾਨੀ ਨੂੰ ਕਿਸੇ ਵੇਲੇ ਜ਼ਰੂਰ ਟੈਸਟ ਕਰਵਾਉਣ ਗਏ ਹੋ। ਤਾਂ ਉਹ ਵਿਅਕਤੀ ਸਾਹਮਣੇ ਅੱਖਾਂ ਗੱਡ ਲੈਂਦਾ ਹੈ ਤੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਤੇ ਉਹਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਇਹਦੀ ਨਿਗਾਹ ਟੈਸਟ ਕਰਾ ਲਿਆ ਹੈ। ਸਾਡੇ ਹੱਥ ਡਾਕਟਰ ਇੱਕ ਪਰਚੀ ਫੜਾ ਦਿੰਦਾ ਹੈ ਕਿ ਦੇਖੋ ਬਈ ਇਹ ਪਰਚੀ ਦੇ ਅਨੁਸਾਰ ਕਿ ਤੁਹਾਡਾ 2 ਨੰਬਰ ਆ, 1.5 ਨੰਬਰ ਆ, 1 ਨੰਬਰ ਆ। ਇਹ ਕੀ ਆ? ਇਹ ਅੱਖਾਂ ਦੀ ਟੈਸਟਿੰਗ ਆ। ਹੁਣ ਜੇ ਇਸ ਅੱਖਾਂ ਦੀ ਟੈਸਟਿੰਗ ਦੇ ਵਿੱਚ ਕੋਈ ਬੰਦਾ ਪਾਸ ਹੋਣਾ ਚਾਹੁੰਦਾ ਪਰ ਉਹਦੀ ਨਿਗਾਹ ਹੈ ਨਹੀਂ, ਤਾਂ ਉਹਦੇ ਲਈ ਉਹਦਾ ਤਰੀਕਾ ਕੀ ਆ ਕਿ ਉਹ ਪਹਿਲੀ ਪੰਕਤੀ, ਦੂਜੀ ਪੰਕਤੀ ਤੇ ਤੀਜੀ ਪੰਕਤੀ ਨੂੰ ਯਾਦ ਕਰ ਲੇ, ਤੇ ਜਦੋਂ ਡਾਕਟਰ ਕਹੇ ਕਿ ਪੜ੍ਹ ਤੇ ਉਹ ਉਹਨੂੰ ਪੜ੍ਹ ਦੇਵੇ ਸਾਰੀ ਨੂੰ, ਤੇ ਡਾਕਟਰ ਸਮਝੂਗਾ ਕਿ ਇਹਦੀ ਨਿਗਾਹ ਠੀਕ ਆ। ਇਸ ਢੰਗ ਨਾਲ ਤਾਂ ਤੁਸੀਂ ਇੱਕ ਬਲਾਈਂਡ ਪਰਸਨ, ਨਾਬੀਨੇ ਸੂਰਮੇ ਸਿੰਘ ਨੂੰ ਵੀ ਤੁਸੀਂ ਆਰਾਮ ਦੇ ਨਾਲ ਤੁਸੀਂ ਉਹਦੀ ਨਿਗਾਹ ਟੈਸਟ ਕਰਵਾ ਕੇ ਆ ਸਕਦੇ ਆ। ਸਾਡੀ ਜਿਹੜੀ ਬਹੁਤੀ ਟੈਸਟਿੰਗ ਹੈਗੀ ਆ ਉਹ ਇਸ ਕਿਸਮ ਦੀ ਟੈਸਟਿੰਗ ਹੀ ਹੈਗੀ ਆ। ਅਸੀਂ ਇਸ ਤਰ੍ਹਾਂ ਦਾ ਹੀ ਮੁਲਾਂਕਣੀ ਵਿਧੀ ਵਰਤ ਰਹੇ ਆ, ਇਸ ਕਿਸਮ ਦੀ ਪਰਖ ਵਿਧੀ ਹੀ ਵਰਤ ਰਹੇ ਆ ਕਿ ਸਾਡੇ ਲਈ ਇਹ ਗੱਲ ਮਹੱਤਵਪੂਰਨ ਬਹੁਤ ਘੱਟ ਰਹਿ ਜਾਂਦੀ ਹੈ ਕਿ ਅਸੀਂ ਇਹ ਸਮਝੀਏ ਕਿ ਕੀ ਵਿਦਿਆਰਥੀ ਦੀ, ਜਿਵੇਂ ਡਾਕਟਰ ਜਾਣਦਾ ਕਿ ਕੀ ਮਰੀਜ਼ ਦੀ ਨਿਗਾਹ ਠੀਕ ਆ ਕਿ ਨਹੀਂ, ਅਸੀਂ ਵਿਦਿਆਰਥੀ ਦੀ ਨਿਗਾਹ ਨਹੀਂ ਟੈਸਟ ਕਰਦੇ। ਅਸੀਂ ਉਹਦੀ ਸਹੀ ਉਹਨੇ ਚੀਜ਼ਾਂ ਨੂੰ ਸਮਝਿਆ ਕਿ ਨਹੀਂ, ਇਸ ਦੀ ਬਜਾਏ ਅਸੀਂ ਉਹਦਾ ਇਹ ਜਿਹੜਾ ਰੱਟਾ ਹੈਗਾ ਉਸ ਦੀ ਪਰਖ ਪੜਚੋਲ ਕਰਦੇ ਹਾਂ। ਵੱਧ ਤੋਂ ਵੱਧ ਅਸੀਂ ਖਾਮੀਆਂ ਵੀ ਕੀ ਲੱਭਦੇ ਹਾਂ ਕਿ ਕਿਤੇ ਬੰਦਾ ਰੱਟਾ ਨਾ ਲਾ ਕੇ ਆ ਜੇ। ਇਸ ਕਰਕੇ ਅਸੀਂ ਕਹਿੰਦੇ ਆ ਕਿ ਡਾਕਟਰ ਜਿਵੇਂ ਉੱਥੇ ਮਾ ਕੇ 3-4 ਤਰ੍ਹਾਂ ਦੇ ਬੋਰਡ ਲਵਾ ਲੇ ਕਿ ਇੱਕ ਵਿੱਚ ਊੜਾ ਪਹਿਲਾਂ ਲੈ ਆਵੇ, ਇੱਕ ਚ ਸੱਸਾ ਪਹਿਲਾਂ ਲੈ ਆਵੇ, ਇੱਕ ਚ ਕੱਕਾ ਪਹਿਲਾਂ ਲੈ ਆਵੇ। ਇਉਂ ਰੱਟੇ ਵਾਲਾ ਬੰਦਾ ਜਿਹੜਾ ਫੇਲ ਹੋ ਜਾਊਗਾ। ਪਰ ਜਿਹੜਾ ਬਹੁਤ ਰੱਟੇ ਵਾਲਾ ਬੰਦਾ, ਜਿਹੜਾ ਬਹੁਤ ਪ੍ਰੀਖਿਆ ਦੇ ਬਹੁਤ ਸਾਰੇ ਜਿਹੜੇ ਟੈਸਟ ਕਰੈਕ ਕਰਨ ਵਾਲੇ ਜਿਹੜਾ ਬੰਦਾ ਹੈ, ਉਹ ਤਾਂ ਇਹਦਾ ਵੀ ਤੋੜ ਲੱਭ ਲੂਗਾ ਕਿ ਉਹ ਡਾਕਟਰ ਦੇ ਕੋਲੇ ਮੌਜੂਦ 5 ਜਾਂ 6 ਜਿੰਨੇ ਵੀ ਉਹਦੇ ਕੋਲੇ ਇਸ ਤਰ੍ਹਾਂ ਦੇ ਵੱਖਰੋ ਵੱਖਰੇ ਕ੍ਰਮ ਵਾਲੇ ਫੱਟੇ ਹੋਣਗੇ, ਉਹ ਸਾਰਿਆਂ ਨੂੰ ਹੀ ਉਹ ਰੱਟਾ ਲਾ ਲੂਗਾ। ਅਸਲ ਗੱਲ ਤੇ ਇਹ ਹੈ ਕਿ ਜਦੋਂ ਅਸੀਂ ਪ੍ਰੀਖਿਆ ਦੇ ਵਿੱਚ ABCD ਸੈੱਟ ਬਣਾਉਣੇ ਆ ਤਾਂ ਉਹਦਾ ਮੰਤਵ ਇਹ ਹੀ ਹੁੰਦਾ ਹੈ ਕਿ ਅਸੀਂ ਆਪਣੀ ਪ੍ਰੀਖਿਆ ਵਿਧੀ ਦੇ ਵਿੱਚ ਰੱਟੇ ਵਾਲਿਆਂ ਨੂੰ ਪਕੜਨਾ ਚਾਹੁੰਦੇ ਆ, ਪਰ ਉਹ ਸਾਡੀ ਪਕੜ ਚੋਂ ਬਾਹਰ ਰਹਿ ਜਾਂਦੇ ਆ। ਕਾਰਨ ਉਹਦਾ ਇਹ ਆ ਕਿ ਸਾਡੀ ਕਿਤੇ ਪ੍ਰੀਖਿਆ ਵਿਧੀ ਦੇ ਵਿੱਚ ਹੀ ਕਿਤੇ ਨਾ ਕਿਤੇ ਨੁਕਸ ਹੈ। ਇਸ ਉਦਾਹਰਨ ਦੇ ਨਾਲ ਜਿਹੜੀ ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ ਸੀ, ਇਹਦਾ ਕਾਰਨ ਇਹ ਆ ਕਿ ਅਸੀਂ ਇਹ ਸਮਝੀਏ ਕਿ ਅਸਲ ਦੇ ਵਿੱਚ ਸਿੱਖਿਆ ਦੇਣ ਦਾ ਮਨੋਰਥ ਕੀ ਹੈ। ਪਹਿਲੀ ਗੱਲ ਤਾਂ ਇਹ ਕਿ ਜਿਹੜੀ ਸਿੱਖਿਆ ਸੰਬੰਧੀ ਸਮਝਣ ਵਾਲੀ ਜ਼ਰੂਰਤ ਹੈ ਕਿ ਇਹ ਸਮੇਂ ਤੇ ਸਥਾਨ ਅਨੁਸਾਰ ਨਿਰੰਤਰ ਬਦਲਦਾ ਇਹ ਇੱਕ ਸੰਕਲਪ ਆ, ਬਦਲਦੀ ਪ੍ਰਕਿਰਿਆ ਹੈ। ਇਹ ਕੋਈ ਜੜ ਜਾਂ ਸਥਿਰ ਜਾਂ ਅਬਦਲ ਨਾ ਸੰਕਲਪ ਆ, ਨਾ ਹੀ ਇਹ ਕੋਈ ਰੁਕੀ ਹੋਈ ਚੀਜ਼ ਆ। ਇਹ ਪਰਿਵਰਤਨਸ਼ੀਲ ਪ੍ਰਕਿਰਿਆ ਹੈ।
ਜਿਉਂ-ਜਿਉਂ ਸਮਾਜ ਦੇ ਵਿੱਚ ਸਾਡੇ ਕੋਲੇ ਨਵੇਂ ਸੰਦ ਸਾਧਨ ਸੰਦੇੜੇ, ਸਾਡੇ ਪੈਦਾਵਾਰੀ ਰਿਸ਼ਤੇ, ਸਾਡੇ ਮਨੁੱਖਾਂ ਦੇ ਆਪਸ ਵਿੱਚ ਦੀ ਰਿਸ਼ਤੇ ਬਦਲਦੇ ਆ, ਉਸੇ ਤਰ੍ਹਾਂ ਹੀ ਸਿੱਖਿਆ ਪ੍ਰਣਾਲੀ ਨੂੰ ਵੀ ਬਦਲਣਾ ਚਾਹੀਦਾ ਹੈ। ਜੇ ਨਹੀਂ ਬਦਲਦੀ ਤਾਂ ਉਹ ਪਿੱਛੇ ਰਹਿ ਜਾਂਦੀ। ਜਿਵੇਂ ਜਦੋਂ ਲਿਪੀ ਦੀ ਕਾਢ ਨਹੀਂ ਨਿਕਲੀ ਸੀਗੀ, ਜਿਸ ਸਮੇਂ ਤੱਕ ਲਿਪੀ ਦੀ ਕਾਢ ਨਹੀਂ ਨਿਕਲੀ ਸੀਗੀ, ਤੇ ਉਸ ਸਮੇਂ ਤਾਂ ਇਹੀ ਗੱਲ ਬੜੀ ਮਹੱਤਵਪੂਰਨ ਸੀਗੀ ਕਿ ਜਦੋਂ ਲਿਪੀ ਦੀ ਕਾਢ ਨਹੀਂ ਸੀ ਕਿ ਵਿਅਕਤੀਆਂ ਨੂੰ ਮੂੰਹ ਜ਼ਬਾਨੀ ਯਾਦ ਕਰਵਾਇਆ ਜਾਂਦਾ ਸੀ। ਵੇਦ ਆ ਜਿਹੜੇ ਸਾਡੇ ਆਈ ਪੀੜ੍ਹੀਓ ਦਰ ਪੀੜ੍ਹੀ ਚੱਲਦੇ ਰਹੇ ਲੰਮਾ ਸਮਾਂ ਲਿਖਣ ਕਾਲ ਤੋਂ ਪਹਿਲਾਂ, ਪਰ ਜਦੋਂ ਲਿਖਣ ਕਾਲ ਆ ਗਿਆ ਤਾਂ ਪੜ੍ਹਨਾ ਤੇ ਲਿਖਣਾ ਦੋ ਜਿਹੜੇ ਹੁਨਰ ਆ ਉਹ ਸਕਿੱਲ ਉਹਦੇ ਵਿੱਚ ਸ਼ਾਮਲ ਹੋ ਗਏ। ਸੋ ਇੱਕ ਤਾਂ ਇਹ ਕਿ ਇਸ ਗੱਲ ਨੂੰ ਅਧਿਆਪਕ ਨੂੰ ਮਨ ਵਿੱਚ ਵਸਾਉਣਾ ਚਾਹੀਦਾ ਹੈ ਕਿ ਹਰ ਸਮੇਂ ਜਿਹੜੀ ਸਿੱਖਿਆ ਹੈ ਉਹ ਸਮੇਂ ਅਨੁਸਾਰ ਤੇ ਜੇ ਸਥਾਨ ਅਨੁਸਾਰ ਨਹੀਂ ਬਦਲਦੀ ਤਾਂ ਉਹ ਸਿੱਖਿਆ ਦਾ ਕੋਈ ਮੰਤਵ ਨਹੀਂ। ਸਾਨੂੰ ਸਿੱਖਿਆ ਦੇ ਆਦੇਸ਼ ਬਾਰੇ ਹਰ ਸਮੇਂ ਪਤਾ ਲੱਗਣਾ ਚਾਹੀਦਾ ਹੈ। ਰਾਜਾਸ਼ਾਹੀ ਜਾਂ ਗੁਲਾਮਦਾਰੀ ਯੁੱਗ ਵਿੱਚ ਸਿੱਖਿਆ ਦਾ ਆਦੇਸ਼ ਬਿਲਕੁਲ ਹੀ ਵੱਖਰਾ ਹੁੰਦਾ ਸੀਗਾ। ਰਾਜਾਸ਼ਾਹੀ ਸਮੇਂ ਜਾਂ ਸਿੱਖਿਆ ਦੇ ਉਸ ਸਮੇਂ ਗੁਲਾਮਦਾਰੀ ਸਮੇਂ ਸਿੱਖਿਆ ਦਾ ਆਦੇਸ਼ ਬਿਲਕੁਲ ਵੱਖਰਾ ਸੀ। ਤਾਂ ਸਿੱਖਿਆ ਦਾ ਆਦੇਸ਼ ਕੀ ਸੀਗਾ? ਸਿੱਖਿਆ ਦਾ ਆਦੇਸ਼ ਇਹ ਸੀਗਾ ਕਿ ਰਾਜਾ ਸ਼੍ਰੇਣੀ ਨੂੰ ਯੁੱਧ ਕਲਾ ਦੇ ਵਿੱਚ ਪ੍ਰਵੀਨ ਕਰਨਾ ਹੈ। ਤੇ ਸਾਡੇ ਕੋਲੇ ਇੱਕ ਬਹੁਤ ਵੱਡੀ ਇਸ ਗੱਲ ਦੀ ਉਦਾਹਰਣ ਆ ਕਿ ਉਸ ਸਮੇਂ ਕਿ ਜਿਹੜੇ ਉਸ ਦੇ ਮੰਨੇ ਪਰਮੰਨੇ ਗੁਰੂ ਹਜੇ ਵੀ ਅਵਾਰਡ ਦਿੱਤੇ ਜਾਂਦੇ ਆ ਖੇਡਾਂ ਦੇ ਖੇਤਰ ਵਿੱਚ ਦਰੋਨਾਚਾਰੀਆ ਦੇ ਨਾਂ ਤੇ ਉਹ ਦਰੋਨਾਚਾਰੀਆ ਜਿਹਨੇ ਇਕਲਵਿਆ ਦਾ ਗੋਡਾ ਅੰਗੂਠਾ ਕੱਟ ਲਿਆ ਸੀ। ਕਿਉਂ ਭਾਈ ਅੰਗੂਠਾ ਕੱਟ ਲਿਆ ਸੀ? ਇਸ ਕਰਕੇ ਅੰਗੂਠਾ ਕੱਟ ਲਿਆ ਸੀ ਕਿ ਜਿਹੜਾ ਇਕਲਵਿਆ ਹੈਗਾ ਉਸ ਨੂੰ ਸਮਝਿਆ ਗਿਆ ਕਿ ਉਹ ਸਿੱਖਿਆ ਲੈਣ ਦਾ ਅਧਿਕਾਰੀ ਨਹੀਂ, ਕਿਉਂਕਿ ਉਹ ਸ਼ੂਦਰ ਕਲਾਸ ਨਾਲ ਸੰਬੰਧ ਰੱਖਦਾ ਹੈਗਾ। ਉਸ ਸਮੇਂ ਦੇ ਮਤ ਅਨੁਸਾਰ ਯੁੱਧ ਕਲਾ ਦੇ ਵਿੱਚ ਸਿਰਫ ਕਸ਼ਤਰੀ ਸ਼੍ਰੇਣੀ ਹੀ ਪ੍ਰਵਾਨ ਹੋ ਸਕਦੀ ਸੀ, ਉਸੇ ਨੂੰ ਹੀ ਸਿੱਖਿਆ ਦੇਣੀ ਚਾਹੀਦੀ ਸੀ। ਅੱਜ ਜਦੋਂ ਅਸੀਂ ਇੱਕ ਤਰ੍ਹਾਂ ਨਾਲ ਜਮਹੂਰੀ ਰਾਜ ਵਿੱਚ ਰਹਿ ਰਹੇ ਹਾਂ ਤਾਂ ਉਸ ਸਮੇਂ ਸਿੱਖਿਆ ਦਾ ਦੇਸ਼ ਆ ਜਿਹੜਾ ਉਹ ਸਰਬ ਵਿਆਪਕ ਆ, ਤੇ ਸਾਨੂੰ ਆਪਣੀ ਜਿਹੜੀ ਸਿੱਖਿਆ ਦਾ, ਚਾਹੇ ਉਹ ਪੜ੍ਹਾਉਣ ਦੀਆਂ ਵਿਧੀਆਂ, ਚਾਹੇ ਉਹ ਪਰਖ ਦੀਆਂ ਵਿਧੀਆਂ, ਤੇ ਚਾਹੇ ਉਹ ਮੁਲਾਂਕਣ ਦੀਆਂ ਵਿਧੀਆਂ, ਉਹਨਾਂ ਬਾਰੇ ਸਾਨੂੰ ਪੁਨਰ ਵਿਚਾਰ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਪੁਨਰ ਵਿਚਾਰ ਨਹੀਂ ਕਰਾਂਗੇ ਤਾਂ ਅਸੀਂ ਜੜ ਹੋ ਜਾਵਾਂਗੇ। ਸੋ ਪਹਿਲਾ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਉਹ ਇਹ ਸਾਂਝਾ ਕਰਨਾ ਚਾਹੁੰਦਾ ਸੀ ਕਿ ਪ੍ਰੀਖਿਆ ਜਾਂ ਸਿੱਖਿਆ ਇਹ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ, ਪਰ ਸਾਨੂੰ ਆਪਣਾ ਆਦੇਸ਼ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਪੜ੍ਹਾ ਰਹੇ ਹਾਂ ਤੇ ਕਿਉਂ ਪੜ੍ਹਾ ਰਹੇ ਹਾਂ। ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਜਦੋਂ ਅਸੀਂ ਪੜ੍ਹਾਉਣਾ ਤਾਂ ਪਰਖ ਲਈ ਅਸੀਂ ਵਸਤੂ ਪਰਖ ਜਾਣਕਾਰੀ ਪਰਖਣੀ ਆ, ਆਬਜੈਕਟਿਵ ਹੋ ਕੇ ਅਸੀਂ ਇਸ ਸਾਰੀ ਚੀਜ਼ ਨੂੰ ਸਮਝਣਾ। ਪਰ ਜਦੋਂ ਅਸੀਂ ਹੱਦੋਂ ਵੱਧ ਆਬਜੈਕਟਿਵ ਹੋ ਜਾਂਦੇ ਆ ਤਾਂ ਉਹਦੇ ਨਾਲ ਜਿਹੜਾ ਉਹਦਾ ਸਿਰਜਣਾਤਮਕ ਪਸਾਰ ਆ, ਵਿਦਿਆਰਥੀ ਦਾ ਜਿਹੜਾ ਸਿਰਜਣਾਤਮਕ ਪਸਾਰ ਆ, ਉਹ ਸਾਡੇ ਅੱਖੋਂ ਓਹਲੇ ਹੋ ਜਾਂਦਾ ਹੈ। ਬੜੀ ਹੈਰਾਨੀ ਵਾਲੀ ਗੱਲ ਹੈਗੀ ਆ। ਵੈਸੇ ਤਾਂ ਮੈਂ ਇਹੋ ਜਿਹੀਆਂ ਉਦਾਹਰਨਾਂ ਦੇਣੀਆਂ ਨਹੀਂ ਚਾਹੀਦੀਆਂ, ਪਰ ਮੈਂ ਨਿੱਜੀ ਜ਼ਿੰਦਗੀ ਦੇ ਵਿੱਚੋਂ ਉਦਾਹਰਨ ਦਿੰਦਾ ਹੈ ਕਿ ਜਿਸ ਸਮੇਂ ਅਸੀਂ MA ਦੇ ਵਿਦਿਆਰਥੀ ਸੀ, ਮੇਰੇ ਨਾਲ ਇੱਕ ਕਲਾਸ ਫੈਲੋ ਸੀ ਮੇਰਾ, ਮੈਂ ਉਹਦਾ ਨਾਂ ਨਹੀਂ ਸਿਰਫ ਇਸ ਕਰਕੇ ਲਾਉਂਗਾ ਕਿ ਉਹਦੇ ਨਾਲ ਕੋਈ ਗੱਲ ਅੱਗੇ ਜਾ ਕੇ ਮਾੜੀ ਜੁੜ ਜਾਣੀ ਹੈ, ਕਿ ਉਹ ਵਿਅਕਤੀ ਬਹੁਤ ਅੱਛੀ ਕਵਿਤਾ ਲਿਖਦਾ, ਬੜੇ ਉਹਦੇ ਗੀਤ ਰਿਕਾਰਡ ਹੋਏ ਆ, ਬਹੁਤ ਹੀ ਉਹ ਅੱਛਾ ਸ਼ਾਇਰ ਆ। ਪਰ ਜਦੋਂ ਪੇਪਰ ਹੋਏ ਤਾਂ ਮੇਰੀ ਫਸਟ ਕਲਾਸ ਆਈ ਤੇ ਉਹਦੀ ਥਰਡ ਕਲਾਸ ਆਈ। ਇਹਦਾ ਮਤਲਬ ਕੀ ਸੀ ਕਿ ਜਿਹੜੀ ਪ੍ਰੀਖਿਆ ਵਿਧੀ ਸੀ ਉਹ ਮੇਰੇ ਅਨੁਸਾਰੀ ਸੀ, ਉਹਦੇ ਅਨੁਸਾਰੀ ਨਹੀਂ ਸੀ। ਤਾਂ ਬੜਾ ਮੁਸ਼ਕਲ ਨਾਲ ਉਹਨੇ 2 ਵਾਰੀ ਦੁਬਾਰਾ ਪੇਪਰ ਦੇ ਕੇ ਉਹ ਵਿਅਕਤੀ ਨੇ ਆਪਦੀ 3rd ਡਿਵੀਜ਼ਨ ਤੋੜੀ, 2nd ਡਿਵੀਜ਼ਨ ਦੇ ਵਿੱਚ ਆਇਆ। ਕਰ ਬਾਅਦ ਦੇ ਵਿੱਚ ਉਹ ਕਿਸੇ ਮਹਿਕਮੇ ਦੇ ਵਿੱਚ ਅਫਸਰ ਭਰਤੀ ਹੋ ਗਿਆ ਸੀ। ਪਰ ਜਿਹੜੀ ਗੱਲ ਆ ਕਿ ਉਹਦੀ ਸਿਰਜਣਾਤਮਕਤਾ ਦਾ ਉੱਥੇ ਕੋਈ ਮੁੱਲ ਨਹੀਂ ਸੀਗਾ। ਅਸਲ ਦੇ ਵਿੱਚ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਆ ਇਹਦੇ ਵਿੱਚ ਸਿਰਜਣਾਤਮਕਤਾ ਜਿਹੜੀ ਉਹਨੂੰ ਬਹੁਤ ਘੱਟ ਥਾਂ ਦਿੱਤੀ ਜਾਂਦੀ ਆ। ਵਸਤੂ ਪਰਖ ਜਾਣਕਾਰੀ ਹੀ ਅਸੀਂ ਪਰਖਦੇ ਰਹਿੰਦੇ ਆ, ਜਦੋਂ ਕਿ ਸਾਨੂੰ ਜਿਹੜਾ ਮੁਲਾਂਕਣ ਆ ਉਹ ਇਸ ਪੱਖੋਂ ਵੀ ਕਰਨਾ ਚਾਹੀਦਾ। ਇਹਦਾ ਅਗਲਾ ਜਿਹੜਾ ਪੜਾਅ ਹੈ ਕਿ ਜਿਹੜੀਆਂ ਮੁਲਾਂਕਣ ਦੀਆਂ ਵਿਧੀਆਂ ਅਸੀਂ
ਸਾਇੰਸ ਲਈ ਵਰਤਦੇ ਆ ਉਹ ਕਮਰਸ ਲਈ ਨਹੀਂ ਵਰਤੀਆਂ ਜਾ ਸਕਦੀਆਂ, ਜਿਹੜੀਆਂ ਕਮਰਸ ਲਈ ਵਰਤਦੀਆਂ ਜਾ ਸਕਦੀਆਂ ਉਹ ਸਮਾਜਿਕ ਸਾਇੰਸ ਲਈ ਨਹੀਂ ਵਰਤੀਆਂ ਜਾ ਸਕਦੀਆਂ, ਜਿਹੜੀਆਂ ਸਮਾਜਿਕ ਸਾਇੰਸ ਲਈ ਵਰਤਦੇ ਆ ਉਹ ਸਾਹਿਤ ਲਈ ਨਹੀਂ ਵਰਤੀਆਂ ਜਾ ਸਕਦੀਆਂ। ਤੇ ਅੱਗੋਂ ਵੀ ਇਹ ਵੀ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਜਿਹੜੀ ਵਿਧੀ ਨਾਲ ਅਸੀਂ ਕਵਿਤਾ ਪੜ੍ਹਾਉਣੇ ਆ, ਕਵਿਤਾ ਦਾ ਅਧਿਐਨ ਕੀਤੇ ਦੇ ਵਿੱਚੋਂ ਵਿਦਿਆਰਥੀ ਤੋਂ ਪੁੱਛਦੇ ਆ, ਉਹ ਵਿਧੀ ਆ ਜਿਹੜੀ ਉਹ ਵਾਰਤਕ ਤੇ ਲਾਗੂ ਨਹੀਂ ਕਰਨੀ ਚਾਹੀਦੀ। ਵਾਰਤਕ ਦਾ ਪੜ੍ਹਾਉਣ ਦਾ ਆਦੇਸ਼ ਹੋਰ ਆ, ਕਵਿਤਾ ਪੜ੍ਹਾਉਣ ਦਾ ਆਦੇਸ਼ ਹੋਰ ਆ। ਸਾਨੂੰ ਇਸ ਚੀਜ਼ ਦੇ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਕੋਈ ਜਿਹੜੀ ਸਾਹਿਤਕ ਵਿਧਾ ਪੜ੍ਹਾਈ ਜਾਂਦੀ ਆ ਉਹ ਕਿਉਂ ਪੜ੍ਹਾਈ ਜਾਂਦੀ ਆ, ਉਹਦਾ ਕੀ ਮੰਤਵ ਹੈਗਾ। ਕਿਉਂਕਿ ਜਿਹੜਾ ਪੜ੍ਹਾਇਆ ਉਹਦਾ ਜਿਹੜਾ ਫਲ ਆ, ਜਿਹੜਾ ਕੁਝ ਪੜ੍ਹਾਇਆ ਉਹਦਾ ਜਿਹੜਾ ਤਰੀਕਾ ਹੈ, ਉਹ ਸਾਡੇ ਕੋਲੇ ਹਜੇ ਇੱਕੋ ਇੱਕ ਹੀ ਆ ਕਿ ਅਸੀਂ, ਜਿਹਦੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਅਸੀਂ ਵਸਤੂ ਪਰਖ ਸਿਰਫ ਮੁਲਾਂਕਣ ਹੀ ਕਰਨਾ ਹੈ। ਇਸ ਕਰਕੇ ਜਿਹੜਾ ਅਧਿਆਪਕਾਂ ਦਾ ਜਿਹੜਾ ਬਹੁਤਾ ਜ਼ੋਰ ਆ ਉਹ ਇਸ ਗੱਲ ਤੇ ਰਹਿੰਦਾ ਹੈ ਕਿ ਗਿਆਨ ਦੇਣ ਦੀ ਬਜਾਏ ਕਿ ਵਿਦਿਆਰਥੀਆਂ ਦੇ ਨੰਬਰ ਕਿਵੇਂ ਆਉਣ, ਤੇ ਨੰਬਰ ਆਉਣ ਦੇ ਲਈ ਉਹਨਾਂ ਕੋਲ ਵਸਤੂ ਪਰਖ ਜਾਣਕਾਰੀ ਤਾਂ ਹੁੰਦੀ ਆ, ਪਰ ਉਹ ਉਸ ਪਾਠ ਨੂੰ, ਉਸ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ। ਤੇ ਬਹੁਤ ਵਾਰੀ ਅਧਿਆਪਕ ਵੀ ਇਸ ਸਮਝ ਦੇ ਜਾਂ ਇਸ ਵਿਸ਼ਵਾਸ ਦੇ ਧਾਰਨੀ ਹੋ ਜਾਂਦੇ ਆ ਕਿ ਵਿਦਿਆਰਥੀ ਤਾਂ ਵਿਦਿਆਰਥੀ ਆ, ਇਹਨਾਂ ਦੀ ਸਮਝ ਕੀ ਵਿਕਸਿਤ ਹੋਣੀ ਆ, ਇੱਕ ਵਾਰ ਸਵਾਲਾਂ ਨੂੰ ਰੱਟਾ ਲਵਾ ਦਿਓ ਆਪਣੇ ਆਪ ਹੀ ਠੀਕ ਹੋ ਜਾਊਗਾ, ਜਿਹਨੇ ਸਮਝਣਾ ਉਹਨੇ ਸਮਝ ਲੈਣਾ। ਅਸਲ ਵਿੱਚ ਇਹ ਗੱਲ ਨਹੀਂ, ਹਰ ਪੜਾਅ ਉੱਤੇ ਹੀ ਹਰ ਵਿਦਿਆਰਥੀ ਵਿੱਚ ਸਮਝਣ ਦੀ ਸ਼ਕਤੀ ਹੁੰਦੀ ਹੈ ਤੇ ਸਿਰਜਣਾਤਮਕ ਬੁੱਧੀ ਹੁੰਦੀ ਹੈ। ਕਿ ਅਸੀਂ ਸਿਰਫ ਉਹਨਾਂ ਦੀ ਜਿਹੜੀ ਵਸਤੂ ਪਰਖ ਜਾਣਕਾਰੀ ਆ ਉਹਦੇ ਉੱਤੇ ਹੀ ਕੇਂਦਰਿਤ ਰਹਿਣਾ ਹੈ ਜਾਂ ਉਸ ਤੋਂ ਅੱਗੇ ਜਾਣਾ ਹੈ। ਪ੍ਰਾਇਮਰੀ ਪੱਧਰ ਤੇ ਜਿਹੜੇ ਹੈਗੇ ਆ ਵਿਦਿਆਰਥੀ, ਉਹਨਾਂ ਲਈ ਤਾਂ ਅਸੀਂ ਇਹ ਕਹਿੰਦੇ ਆ ਕਿ ਪੜ੍ਹਨਾ ਤੇ ਲਿਖਣਾ ਇਹ ਸਕਿੱਲ ਹੀ ਅਸੀਂ ਮੁੱਖ ਤੌਰ ਤੇ ਕਰਦੇ ਹਾਂ। ਪਰ ਜਿਸ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ, 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀ, ਇਹਨਾਂ ਵਿਦਿਆਰਥੀਆਂ ਦੇ ਲਈ ਸਿਰਫ ਅੱਖਰ ਲਿਖਣਾ ਜਾਂ ਸ਼ਬਦ ਬਣਾਉਣੇ ਜਾਂ ਵਾਕ ਬਣਾਉਣੇ ਜਾਂ ਉਹਨਾਂ ਨੂੰ ਪੜ੍ਹਨਾ ਮਹੱਤਵਪੂਰਨ ਨਹੀਂ, ਸਗੋਂ ਉਹਨਾਂ ਦੇ ਵਿੱਚ ਸਾਡੇ ਲਈ ਮਹੱਤਵਪੂਰਨ ਆ ਕਿ ਕੀ ਉਹ ਲਿਖੇ ਹੋਏ ਸ਼ਬਦਾਂ ਨੂੰ ਸਮਝਦੇ ਆ, ਕੀ ਉਹ ਵਾਕਾਂ ਦੇ ਅਰਥ ਸਮਝਦੇ ਆ, ਕੀ ਵਾਕਾਂ ਤੋਂ ਬਣੇ ਹੋਏ ਪੈਰਿਆਂ ਨੂੰ ਉਹ ਸਮਝਦੇ ਆ, ਤੇ ਸਮਝ ਕੇ ਕੀ ਉਹਨਾਂ ਨੂੰ ਉਹ ਲੋੜ ਸਮੇਂ ਸੰਖੇਪ ਕਰ ਸਕਦੇ ਆ, ਕੀ ਉਹ ਉਹਨਾਂ ਨੂੰ ਲੋੜ ਸਮੇਂ ਵਿਸਤਾਰ ਦੇ ਸਕਦੇ ਆ। ਜੇ ਉਹ ਵਿਸਤਾਰ ਨਹੀਂ ਦੇ ਸਕਦੇ, ਸੰਖੇਪ ਨਹੀਂ ਕਰ ਸਕਦੇ, ਦੋਨੇ ਹੁਨਰ ਹੀ ਉਹਨਾਂ ਕੋਲ ਹੋਣੇ ਚਾਹੀਦੇ ਆ ਕਿ ਉਹ ਕਿਸੇ ਵਾਰਤਕ ਦੇ ਟੁਕੜੇ ਨੂੰ ਦੇ ਵਿੱਚ ਸ਼ਬਦਾਂ ਨੂੰ ਸਮਝਣ, ਵਾਕਾਂ ਨੂੰ ਸਮਝਣ, ਲਿਖੇ ਹੋਏ ਪੈਰੇ ਨੂੰ ਸਮਝਣ, ਪੈਰਿਆਂ ਦੇ ਆਧਾਰ ਤੇ ਤਿਆਰ ਪਾਠ ਨੂੰ ਸਮਝ ਸਕਣ, ਲੋੜ ਪੈਣ ਤੇ ਉਸ ਨੂੰ ਘੱਟ ਸ਼ਬਦਾਂ ਵਿੱਚ ਲਿਖ ਸਕਣ ਤੇ ਲੋੜ ਪੈਣ ਤੇ ਉਸ ਨੂੰ ਵਧੇਰੇ ਸ਼ਬਦਾਂ ਵਿੱਚ ਕਰ ਸਕਣ। ਜੇ ਉਹਨਾਂ ਵਿੱਚ ਇਹ ਹੁਨਰ ਦਾ ਵਿਕਾਸ ਨਹੀਂ ਹੁੰਦਾ, ਪਰ ਉਹ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦੇ ਦਿੰਦੇ ਨੇ, ਜਿਹੜੇ ਅਭਿਆਸ ਦੇ ਪਿੱਛੇ ਪ੍ਰਸ਼ਨ ਦਿੱਤੇ ਹੁੰਦੇ ਆ ਉਹਨਾਂ ਦੇ ਉੱਤਰ ਦੇ ਦਿੰਦੇ ਨੇ, ਤਾਂ ਫੇਰ ਅਸਲ ਵਿੱਚ ਕੀ ਆ ਕਿ ਉਹ ਉਹੀ ਤਰੀਕਾ ਹੈ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਜੇ ਅਸੀਂ ਨਿਗਾਹ ਟੈਸਟ ਕਰਾਉਣ ਗਿਆ, ਸਾਹਮਣੇ ਦਿਖਣ ਵਾਲਾ ਬੋਰਡ ਆ ਜਿਹੜਾ ਕਿਸੇ ਨੂੰ ਯਾਦ ਕਰਾਤਾ, ਨਿਗਾਹ ਉਹਦੇ ਹੈ ਨਾ ਹੈ, ਪਰ ਉਹ ਬੋਰਡ ਪੜ੍ਹ ਲਿਆ ਤੇ ਸਿੱਟੇ ਵਜੋਂ ਕੀ ਹੋ ਗਿਆ ਕਿ ਉਹ ਵਿਅਕਤੀ ਨਿਗਾਹ ਦੇ ਟੈਸਟ ਵਿੱਚੋਂ ਪਾਸ ਹੋ ਜਾਊਗਾ। ਅਸਲ ਗੱਲ ਇਹ ਆ ਕਿ ਇਹਦੇ ਵਿੱਚ ਅਧਿਆਪਕਾਂ ਦਾ ਨਹੀਂ ਕਸੂਰ, ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਸੂਰ ਆ ਸਾਡੀ ਸਿੱਖਿਆ ਪ੍ਰਬੰਧ ਦਾ ਤੇ ਸਿੱਖਿਆ ਪ੍ਰਬੰਧਨ ਦਾ ਜ਼ਿੰਮੇਵਾਰ ਆ ਕਿ ਹਜੇ ਤੱਕ ਅਸੀਂ ਇਹ ਨਹੀਂ ਸਮਝ ਸਕੇ ਕਿ ਅਧਿਆਪਕ ਹੀ ਸਭ ਤੋਂ ਵੱਡਾ ਵਿਦਿਆਰਥੀ ਦਾ ਜੱਜ ਹੋ ਸਕਦਾ ਹੈ। ਅਸੀਂ ਅਧਿਆਪਕ ਦੀ ਇੰਟੈਗ੍ਰਿਟੀ ਤੇ, ਉਸ ਤੇ ਵਿਸ਼ਵਾਸ ਕਰਨਾ ਨਹੀਂ ਸਿੱਖਿਆ। ਅਸੀਂ ਇਹ ਕਿ ਕਿਤੇ ਉਹ ਗਲਤੀ ਨਾ ਕਰ ਲਵੇ, ਵਸਤੂ ਪਰਖ ਢੰਗ ਦੇ ਅਜਿਹੇ ਟੈਸਟ ਬਣਾਉਣ ਤੇ ਸਾਰਾ ਜ਼ੋਰ ਲਾ ਦਿੰਨੇ ਆ ਕਿ ਜਿਹਦੇ ਨਾਲ
ਇੱਕ ਪਾਸੇ ਤਾਂ ਅਧਿਆਪਕ ਦੀ ਜਿਹੜੀ ਸਿਰਜਣਾਤਮਕ ਸਿੱਖਿਆ ਦੇਣ ਦੀ ਸਮਰੱਥਾ ਹੈ ਉਹ ਖਤਮ ਹੋ ਜਾਂਦੀ ਹੈ, ਤੇ ਦੂਸਰੇ ਪਾਸੇ ਜਿਹੜਾ ਵਿਦਿਆਰਥੀ ਆ ਉਹਦੀ ਜਿਹੜੀ ਸਿਰਜਣਾਤਮਕ ਕਲਾ ਹੈ ਉਹਦਾ ਨਾਸ ਵੱਜ ਜਾਂਦਾ ਹੈ। ਇੱਕ ਤਰ੍ਹਾਂ ਨਾਲ ਅਸੀਂ ਸਿੱਖਿਆ ਨੂੰ ਆਨੰਦਦਾਇਕ, ਆਰਾਮ ਵਾਲੀ ਸਿੱਖਣ ਪ੍ਰਕਿਰਿਆ ਦੀ ਥਾਂ ਤੇ ਨੰਬਰ ਜਾਂ ਗ੍ਰੇਡ ਲੈਣ ਦੀ ਮੁਕਾਬਲੇਬਾਜ਼ੀ ਬਣਾ ਦਿੱਤੀ ਹੈ। ਭਾਵਾਂ ਹਰ ਸਿੱਖਿਆ ਨੀਤੀ ਦੇ ਵਿੱਚ, ਚਾਹੇ ਉਹ 84-85 ਚਾਹੀ ਹੋਵੇ, ਚਾਹੇ ਉਹ 92-93 ਦਾ ਡਰਾਫਟ ਹੋਵੇ, ਤੇ ਚਾਹੇ ਉਹ ਨਿਊ ਐਜੂਕੇਸ਼ਨ ਪਾਲਿਸੀ ਜਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ, ਹਰ ਇੱਕ ਚ ਕਿਹਾ ਜਾਂਦਾ ਹੈ ਕਿ ਅਸੀਂ ਰੱਟੇ ਨੂੰ ਘਟਾਉਣਾ ਹੈ, ਮੁਕਾਬਲੇਬਾਜ਼ੀ ਨੂੰ ਘਟਾਉਣਾ ਹੈ, ਪਰ ਅਜੇ ਤੱਕ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਇਸ ਬਾਰੇ ਸਾਨੂੰ ਆਪਣੇ ਪੱਧਰ ਤੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਹੜੀ ਵਿਧੀ ਆ ਕਿ ਜਿਸ ਦੇ ਨਾਲ ਅਸੀਂ ਵਿਦਿਆਰਥੀ ਦੀ ਪਰਖ ਵੀ ਕਰ ਸਕੀਏ ਤੇ ਵਿਦਿਆਰਥੀ ਨੂੰ ਗਿਆਨ ਵੀ ਦੇ ਸਕੀਏ। ਮੇਰਾ ਜਿਹੜਾ ਜ਼ੋਰ ਆ ਉਹ ਪਰਖ ਵਿਧੀਆਂ ਦੀ ਬਜਾਏ ਜ਼ਿਆਦਾ ਜਿਹੜਾ ਜ਼ੋਰ ਆ ਉਹ ਅਧਿਆਪਨ ਤੇ ਆ, ਕਿ ਅਧਿਆਪਨ ਆ ਜਿਹੜਾ ਸਾਡਾ ਮੁੱਖ ਉਦੇਸ਼ ਤਾਂ ਵਿਦਿਆਰਥੀ ਨੂੰ ਗਿਆਨ ਦੇਣਾ ਤੇ ਗਿਆਨ ਦੇਣ ਲਈ ਅਧਿਆਪਨ ਕਰਨਾ, ਨਾ ਕਿ ਵਿਦਿਆਰਥੀ ਨੂੰ ਜਮਾਤਾਂ ਪਾਸ ਕਰਾਉਣੀਆਂ ਜਾਂ ਉਸ ਨੂੰ ਨੰਬਰ ਦਿਵਾਉਣੇ ਹੈਗੇ ਆ। ਤਾਂ ਇਸ ਪ੍ਰਸੰਗ 'ਚ ਜਿਹੜਾ ਵਾਰਤਕ ਨੂੰ ਜਦੋਂ ਅਸੀਂ ਪੜ੍ਹਾਉਣਾ ਤਾਂ ਵਾਰਤਕ ਨੂੰ ਕਿਵੇਂ ਪੜ੍ਹਾਇਆ ਜਾਵੇ। ਇੱਕ ਗੱਲ ਸਪਸ਼ਟ ਆ ਕਿ ਜਿਹੜੀ ਵਾਰਤਕ ਹੈਗੀ ਆ ਉਸ ਨੂੰ ਅਸੀਂ ਕਹਿ ਦਿੰਦੇ ਆ ਕਿ ਕਵਿਤਾ, ਨਾਵਲ, ਕਹਾਣੀ, ਨਾਟਕ ਤੇ ਵਾਰਤਕ, ਇਹਨਾਂ ਪਹਿਲੀਆਂ ਤਿੰਨ ਵਿਧਾਵਾਂ ਜਿਹੜੀਆਂ ਨਾਵਲ, ਕਹਾਣੀ ਤੇ ਨਾਟਕ, ਇਹਨੂੰ ਤਾਂ ਅਸੀਂ ਬੜੀ ਮਾਨਤਾ ਦੇ ਦਿੰਦੇ ਆ, ਪਰ ਵਾਰਤਕ ਨੂੰ ਅਸੀਂ ਇੱਕੋ ਖਾਨੇ ਵਿੱਚ ਰੱਖ ਲੈਂਦੇ ਆ, ਜਦੋਂ ਕਿ ਵਾਰਤਕ ਅੱਗੇ ਬੜੀ ਆਪਣੇ ਆਪ ਵਿੱਚ ਇਹਦੀ ਬੜੀ ਵੰਡ ਆ। ਵਾਰਤਕ ਦੇ ਰੂਪ ਬੜੇ ਆ, ਜੀਵਨੀਆਂ, ਸਵੈ ਜੀਵਨੀਆਂ, ਰੇਖਾ ਚਿੱਤਰ ਆ, ਫਿਰ ਇਹਦੇ ਵਿੱਚ ਨਿਬੰਧ ਆ, ਲੇਖ ਆ। ਇਹ ਤਾਂ ਸਿਰਫ ਆਧੁਨਿਕ ਵਾਰਤਕ ਦੀਆਂ ਹੀ ਕੁਝ ਵੰਨਗੀਆਂ, ਲਲਿਤ ਨਿਬੰਧ। ਪਰ ਦੂਜੇ ਪਾਸੇ ਮੱਧਕਾਲੀ ਵਾਰਤਕ ਦੀਆਂ ਤਾਂ ਬਹੁਤ ਸਾਰੀਆਂ ਸਾਡੇ ਕੋਲੇ ਵੰਨਗੀਆਂ ਨੇ, ਉਹ ਚਾਹੇ ਟੀਕੇ ਨੇ, ਪਰਮਾਰਥ ਨੇ, ਰਹਿਕੰਧਾਮੇ ਨੇ, ਹੁਕਮਨਾਮੇ ਨੇ, ਜਨਮ ਸਾਖੀਆਂ ਨੇ, ਸਾਖੀਆਂ ਨੇ, ਬਹੁਤ ਸਾਡੇ ਕੋਲੇ ਕੁਝ ਹੈਗਾ। ਪਰ ਅਸੀਂ ਅੱਜ ਆਧੁਨਿਕ ਵਾਰਤਕ ਤੇ ਹੀ ਵਧੇਰੇ ਕੇਂਦਰਿਤ ਰਹਿੰਦੇ ਆ। ਪਰ ਇੱਥੇ ਵੀ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਕਿਸੇ ਵਿਧਾ ਨੂੰ ਕਿਉਂ ਪੜ੍ਹਾਇਆ ਜਾ ਰਿਹਾ ਹੈਗਾ। ਕਿਸੇ ਜੀਵਨੀ ਜਾਂ ਸਵੈ ਜੀਵਨੀ ਗਿਆਨ ਦੇਣ ਦੇ ਨਾਲ ਨਾਲ ਪ੍ਰੇਰਨਾ ਵੀ ਦਿੰਦੀ ਆ। ਜੀਵਨੀਆਂ ਕੇਵਲ ਕਿਸੇ ਵਿਅਕਤੀ ਦੇ ਜੀਵਨ ਬਾਰੇ ਨਹੀਂ ਦੱਸਦੀਆਂ ਨੇ, ਉਹ ਉਸ ਦੇ ਜੀਵਨ ਵਿੱਚ ਕੀਤੇ ਹੋਏ ਸੰਘਰਸ਼ ਨੂੰ ਵੀ ਦਰਸਾਉਂਦੀਆਂ। ਇਸ ਕਰਕੇ ਉਹ ਵਿਦਿਆਰਥੀਆਂ ਦੇ ਵਿੱਚ ਪ੍ਰੇਰਨਾ ਦਾ ਕਾਰਨ ਵੀ ਬਣਦੀਆਂ। ਸਫ਼ਰਨਾਮੇ ਕੇਵਲ ਆਮ ਗਿਆਨ ਹੀ ਨਹੀਂ ਦਿੰਦੇ ਜਾਂ ਭੂਗੋਲ ਦਾ ਗਿਆਨ ਹੀ ਨਹੀਂ ਦਿੰਦੇ, ਉਹ ਆਪਣੇ ਆਪ ਦੇ ਵਿੱਚ ਹੀ ਸਾਨੂੰ ਆਪਣੇ ਤੋਂ ਵੱਖਰੀ ਨਸਲ, ਵੱਖਰੀ ਭਾਸ਼ਾ, ਵੱਖਰੇ ਧਰਮ, ਵੱਖਰੇ ਇਲਾਕੇ, ਵੱਖਰੇ ਸੱਭਿਆਚਾਰ ਵਾਲੇ ਲੋਕਾਂ ਨੂੰ ਸਮਝਣ ਵਿੱਚ ਵੀ ਸਹਾਈ ਹੁੰਦੇ। ਇਵੇਂ ਰੇਖਾ ਚਿੱਤਰ ਆ ਜਿਹੜਾ ਕੇਵਲ ਵਿਅਕਤੀ ਦੇ ਸੁਭਾਅ ਨੂੰ ਨਹੀਂ ਚਿੱਤਰਦਾਗਾ, ਉਹ ਮਨੋਵਿਗਿਆਨਕ ਹੁੰਦਾ, ਤੇ ਉਹ ਨਾਲ ਦੀ ਨਾਲ ਹੀ ਜਿਹੜੇ ਨਿਬੰਧ ਤੇ ਲੇਖ ਆ ਉਹ ਗਿਆਨਵਰਧਕ ਹੋਣ ਦੇ ਨਾਲ ਨਾਲ ਵਿਸ਼ੇਸ਼ ਜੀਵਨ ਮੁੱਲਾਂ ਦਾ ਵੀ ਸੰਚਾਰ ਕਰਦੇ ਆ। ਉਹ ਵਿਸ਼ੇਸ਼ ਜੀਵਨ ਮੁੱਲਾਂ ਦਾ ਸੰਚਾਰ ਕਰਦੇ ਆ। ਸਾਨੂੰ ਇਹ ਜੀਵਨ ਮੁੱਲਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਉਹ ਕਿਹੜੇ ਕਿਹੜੇ ਜੀਵਨ ਮੁੱਲਾਂ ਦਾ ਸੰਚਾਰ ਕਰਦੇ ਆ। ਵਾਰਤਕ ਜਦੋਂ ਅਸੀਂ ਪੜ੍ਹਾਉਣੀ ਆ ਤਾਂ ਉਸ ਸਮੇਂ ਸਾਨੂੰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਵਾਰਤਕ ਅਸੀਂ ਕਿਸ ਲਈ ਪੜ੍ਹਾ ਰਹੇ ਹਾਂ ਤੇ ਕਿਉਂ ਪੜ੍ਹਾ ਰਹੇ ਹਾਂ। ਉਹਦਾ ਜਿਹੜਾ ਇੱਕ ਨਾ ਪੜਾਅ ਹੈਗਾ ਕਿ ਪਹਿਲਾਂ ਬਹੁਤ ਵਰਤਿਆ ਜਾਂਦਾ ਸੀ, ਅੱਜ ਕੱਲ ਉਸ ਨੂੰ ਥੋੜਾ ਜਿਹਾ ਤਿਰਸਕਾਰਤ ਕੀਤਾ ਜਾਂਦਾ, ਉਹਦਾ ਮਖੌਲ ਲਾਇਆ ਜਾਂਦਾ। ਉਹ ਵਿਧੀ ਇਹ ਆ ਕਿ ਅਧਿਆਪਕ ਕਲਾਸ ਦੇ ਵਿੱਚ ਇੱਕ ਵਿਦਿਆਰਥੀ ਨੂੰ ਖੜਾ ਕਰ ਲੈਂਦਾ, ਉਸ ਨੂੰ ਕਹਿੰਦਾ ਕਿ ਤੂੰ ਪੜ੍ਹ। ਇਹਦਾ ਮਖੌਲ ਲਾਇਆ ਜਾਂਦਾ ਤੂੰ ਪੜ੍ਹ ਵਿਧੀ ਨਾਲ, ਕਿ ਇਹ ਕੋਈ ਵਿਧੀ ਹੈਗੀ ਆ ਕਿ ਵਿਦਿਆਪਕ ਆ ਜਿਹੜਾ ਚੁੱਪ ਕਰਕੇ ਆਪ ਬੈਠਾ ਰਹਿੰਦਾ, ਵਿਦਿਆਰਥੀ ਪੜ੍ਹਦਾ ਰਹਿੰਦਾ। ਅਸਲ ਵਿੱਚ ਜਿਹੜੀ ਵਿਧੀ ਆ ਇਹ ਪਰੰਪਰਿਕ ਵਿਧੀ ਆ। ਇਸ ਵਿਧੀ ਦੀ ਮਹੱਤਤਾ ਬਹੁਤ ਆ ਤੇ ਅੱਜ ਵੀ ਮੌਜੂਦ ਆ। ਉਹਦਾ ਕਾਰਨ ਇਹ ਹੈ ਕਿ ਜਦੋਂ ਵਿਦਿਆਰਥੀ ਪੜ੍ਹਦਾ ਹੈ ਤਾਂ ਉਸ ਦੇ ਉਚਾਰਨ ਬਾਰੇ ਸਾਨੂੰ ਪਤਾ ਲੱਗਦਾ, ਤੇ ਇਸ ਉਚਾਰਨ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਰੇਡੀਓ, ਟੈਲੀਵਿਜ਼ਨ ਦੇ ਉੱਤੇ, ਅਖਬਾਰਾਂ ਦੇ ਵਿੱਚ, ਜਦੋਂ ਤੁਸੀਂ ਰੇਡੀਓ ਜਾਂ ਟੈਲੀਵਿਜ਼ਨ ਦੇ ਵਿੱਚ, ਤੁਸੀਂ ਅਖਬਾਰਾਂ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਨਿਊਜ਼ ਪੜ੍ਹਦੇ ਦੇਖਦੇ ਆ ਟੈਲੀਵਿਜ਼ਨ ਤੇ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਗੱਲ ਬਹੁਤੀ ਵਧੀਆ ਨਹੀਂ ਗੀ, ਜਿਹੜੀ ਚੱਲ ਰਹੀ ਹੈ ਗੱਲ ਇਹ ਬਹੁਤੀ ਵਧੀਆ ਨਹੀਂ ਗੀ,
क्यों? क्योंकि तुहानूं लग रहा हुंदा कि इह बंदे दा उचारण ठीक नहीं है। असल दे विच इह कि उचारण जिस समय विद्यार्थी ने ठीक उचारण सीखना हुंदा उस समय अध्यापक ने उस नूं इस तरह पढ़ाया ही नहीं हुंदा। दूसरी गल कि विद्यार्थी दे अंदर एक झिझक पई हुंदी आ, बोलण दी झिझक पई हुंदी आ। ਉਹ ਝਿਜਕ ਜਦੋਂ ਕਲਾਸ ਵਿੱਚ ਬੋਲਦਾ ਹੈ ਤੇ ਉਦੋਂ ਉਹ ਝਿਜਕ ਉਹਦੀ ਦੂਰ ਹੁੰਦੀ ਹੈ। ਤਾਂ ਇਹ ਵਿਧੀ ਹੈ ਜਿਹੜੀ, ਇਸ ਵਿਧੀ ਦੇ ਨਾਲ ਕਿਹੜਾ ਵਿਅਕਤੀ, ਉਹੀ ਵਿਅਕਤੀ ਫਿਰ ਅੱਗੇ ਜਾ ਕੇ ਚੰਗੇ ਬੁਲਾਰੇ, ਚੰਗੇ ਕਥਾਵਾਚਕ, ਚੰਗੇ ਲੀਡਰ, ਚੰਗੇ ਨਿਊਜ਼ ਰੀਡਰ ਬਣਦੇ ਨੇ ਕਿ ਜਿਹੜੇ ਵਿਅਕਤੀਆਂ ਨੂੰ ਇਹ ਉਚਾਰਨ ਆਉਂਦਾ ਹੈ। ਤਾਂ ਜਦੋਂ ਵਿਦਿਆਰਥੀ ਵਾਰਤਕ ਦਾ ਇੱਕ ਟੋਟਾ ਪੜ੍ਹਦਾ ਤਾਂ ਉਸ ਟੋਟੇ ਦੀ ਅਧਿਆਪਕ ਜਿੰਨਾ ਲਿਖਿਆ ਉਦੋਂ ਵਧੇਰੇ ਵਿਆਖਿਆ ਕਰਦਾ ਹੈ, ਤਾਂ ਵਿਦਿਆਰਥੀ ਨੂੰ ਇੱਕ ਨੁਕਤੇ ਦਾ ਵਿਸਤਾਰ ਕਰਨ ਦੀ ਉਹਦੇ ਵਿੱਚ ਸਮਰੱਥਾ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਜਿਹੜਾ ਸਭ ਤੋਂ ਜਿਹੜੀ ਇਹਦੇ ਵਿੱਚ ਮੈਂ ਧਿਆਨ ਦਿਵਾਉਣਾ ਚਾਹੁੰਦਾ ਤੁਹਾਡਾ, ਉਹ ਇਸ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਹੈ ਕਿ ਬਹੁਤ ਵਾਰੀ ਕੀ ਹੁੰਦਾ ਹੈ ਕਿ ਕਿਸੇ ਇਲਾਕੇ ਦੇ ਵਿੱਚ ਇੱਕ ਇਲਾਕਾਈ ਉਚਾਰਨ ਹੁੰਦਾ ਹੈ, ਜਿਹਨੂੰ ਹੁਣ ਤੱਕ ਉਪ ਭਾਸ਼ਾਈ ਉਚਾਰਨ ਕਿਹਾ ਜਾਂਦਾ ਰਿਹਾ, ਉਪ ਭਾਸ਼ਾਈ ਉਚਾਰਨ ਕਿਹਾ ਜਾਂਦਾ। ਤਾਂ ਜਦੋਂ ਵਿਦਿਆਰਥੀ ਉਸ ਢੰਗ ਨਾਲ ਪੜ੍ਹਦਾ ਹੈ ਤਾਂ ਬਹੁ ਗਿਣਤੀ ਜੇ ਉਹਦੀ ਹੋਵੇ ਤਾਂ ਠੀਕ ਆ, ਜੇ ਘੱਟ ਗਿਣਤੀ ਹੋਵੇ ਤਾਂ ਉਹਦਾ ਮਖੌਲ ਉਡਾਇਆ ਜਾਂਦਾ। ਅਧਿਆਪਕਾਂ ਨੂੰ ਬੇਨਤੀ ਆ ਕਿ ਉਹ ਮਖੌਲ ਨਾ ਉਡਾਉਣ। ਉਦਾਹਰਨ ਵਜੋਂ ਕਿ ਬਹੁਤ ਸਾਰੇ ਇਹ ਜਿਹੜੇ ਪੰਜਾਬ ਦੇ ਇੱਕ ਵਿਸ਼ੇਸ਼ ਜ਼ਿਲ੍ਹਾ ਹੈ, ਉੱਥੋਂ ਦੇ ਲੋਕ ਸੀ ਨਹੀਂ ਬੋਲਦੇ, ਤੀ ਬੋਲਦੇ, ਤੂੰ ਆਇਆ ਤੀ। ਤਾਂ ਅਧਿਆਪਕ ਵੀ ਉਹ ਇਸੇ ਤਰ੍ਹਾਂ ਹੀ ਬੋਲੂਗਾ ਕਿ ਤੂੰ ਆਇਆ ਤੀ, ਉਸੇ ਤਰ੍ਹਾਂ ਹੀ ਵਿਦਿਆਰਥੀ ਬੋਲਣਗੇ। ਪਰ ਜੇ ਅਸੀਂ ਉਹਨਾਂ ਨੂੰ ਇਹ ਕਹੀਏ ਕਿ ਭਾਈ ਤੂੰ ਤੀ ਨਹੀਂ ਸੀ ਬੋਲਣਾ, ਪਰ ਇਸ ਦੇ ਨਾਲ ਦੀ ਨਾਲ ਹੀ ਉਹਦਾ ਮਖੌਲ ਨਹੀਂ ਉਡਾਉਣਾ ਚਾਹੀਦਾ। ਇਸੇ ਤਰ੍ਹਾਂ ਹੀ ਕੁਝ ਭਾਈਚਾਰੇ ਆ ਜਿਹੜੇ ਬਿੰਦੀਆਂ ਦੀ ਜਾਂ ਤਾਂ ਵਰਤੋਂ ਕਰਦੇ ਨਹੀਂ ਜਾਂ ਗਲਤ ਵਰਤੋਂ ਕਰਦੇ ਆ। ਇਵੇਂ ਸੱਸੇ ਤੇ ਛੱਛੇ ਦੇ ਉਚਾਰਨ ਵਿੱਚ ਕੁਝ ਵਿਅਕਤੀਆਂ ਨੂੰ ਟਫਲਾ ਲੱਗ ਜਾਂਦਾ। ਇਹ ਇਲਾਕਾਈ ਜਿਹੜੀਆਂ ਵਿਭਿੰਨਤਾਵਾਂ, ਇਹਨਾਂ ਨੂੰ ਸਾਨੂੰ ਪਰਵਾਨਣਾ ਚਾਹੀਦਾ। ਇਹਨਾਂ ਨਾਲ ਮਖੌਲ ਉਡਾਉਣ ਦੀ ਥਾਂ ਤੇ ਅਧਿਆਪਕ ਨੂੰ ਸਮਝਾਉਣਾ ਚਾਹੀਦਾ ਹੈ ਕਿ ਵਿਅਕਤੀ ਦੇ ਪਰਿਵਾਰਕ ਪਿਛੋਕੜ ਕਾਰਨ, ਉਸ ਦੇ ਇਲਾਕਾਈ ਪਿਛੋਕੜ ਕਾਰਨ ਇਹ ਭਿੰਨਤਾਵਾਂ ਹੋ ਸਕਦੀਆਂ। ਇਹਨਾਂ ਉੱਪਰ ਜਿੰਨਾ ਕਾਬੂ ਪਾ ਲਿਆ ਜਾਵੇ, ਟਕਸਾਲੀ ਉਚਾਰਨ ਦੇ ਨੇੜੇ ਰਹਿ ਲਿਆ ਜਾਵੇ, ਉਹ ਤਾਂ ਗੱਲ ਵਧੀਆ ਹੈ। ਪਰ ਜੇ ਨਹੀਂ ਵੀ ਟਕਸਾਲੀ ਉਚਾਰਨ ਦੇ ਨੇੜੇ ਰਿਹਾ ਜਾਂਦਾ ਤਾਂ ਇਹਦੇ ਵਿੱਚ ਬਹੁਤਾ ਜਿਹੜਾ ਹੈਗਾ ਉਹ ਫਿਕਰ ਕਰਨ ਦੀ ਜ਼ਰੂਰਤ ਨਹੀਂ। ਇਹ ਜਿਹੜੀ ਤੂੰ ਪੜ ਵਿਧੀ ਹੈ, ਜਿਹਨੂੰ ਬੜਾ ਨਿੰਦਿਆ ਜਾਂਦਾ, ਮੈਂ ਸਿਰਫ ਉਸ ਪਰੰਪਰਕ ਵਿਧੀ ਦੀ ਤੁਹਾਡੇ ਨਾਲ ਇਸ ਕਰਕੇ ਗੱਲ ਕੀਤੀ ਆ ਕਿ ਬਹੁਤ ਸਾਰੀਆਂ ਸਾਡੀਆਂ ਪੁਰਾਣੀਆਂ ਵਿਧੀਆਂ ਜਿਹੜੀਆਂ ਉਹਨਾਂ ਵਿੱਚ ਬੜੀ ਸਮਰੱਥਾ ਸੀ, ਪਰ ਅਸੀਂ ਉਹਨਾਂ ਨੂੰ ਕਈ ਵਾਰ ਛੱਡਦੇ ਜਾਂਦੇ ਆ। ਇਹ ਬੜਾ ਜ਼ਰੂਰੀ ਆ ਵਾਰਤਕ ਦੇ ਪੜਾਉਣ। ਇੱਕ ਗੱਲ ਹੋਰ ਹੈਗੀ ਆ ਕਿ ਬਹੁਤ ਇਹ ਚੀਜ਼ਾਂ ਨਾ ਜਿਹੜੀਆਂ ਇਹ ਨੰਬਰ ਲੈਣ ਵਿੱਚ ਕਿਤੇ ਕੰਮ ਨਹੀਂ ਆਉਂਦੀਆਂ। ਉਚਾਰਨ ਸਿਖਾਉਣਾ 6ਵੀਂ ਤੋਂ ਲੈ ਕੇ ਜੇ 10ਵੀਂ ਤੱਕ ਤੁਸੀਂ ਵਿਦਿਆਰਥੀ ਨੂੰ ਇਸ ਢੰਗ ਨਾਲ ਪੜ੍ਹਾ ਕੇ ਉਹਦਾ ਉਚਾਰਨ ਸੁਧਾਰਦੇ ਰਹੇ, ਇਹਨਾਂ ਨੂੰ ਕਿਤੇ ਨੰਬਰਾਂ ਦੇ ਵਿੱਚ ਨਹੀਂ ਕਾਊਂਟ ਹੁੰਦੇਗੇ ਇਹ। ਪਰ ਜ਼ਿੰਦਗੀ ਦਾ ਜਿਹੜਾ ਇਮਤਿਹਾਨ ਆ ਕਿ ਜਦੋਂ ਉਹਨਾਂ ਨੇ ਕਿਤੇ ਬਹੁਤ ਵਾਰੀ ਮੈਨੂੰ ਮੌਕਾ ਮਿਲਦਾ ਹੈਗਾ ਕਿ ਰੇਡੀਓ ਦੇ ਉੱਤੇ ਅਸੀਂ ਅਨਾਉਂਸਰ ਰੱਖਣੇ ਹੁੰਦੇ ਆ। ਜਦੋਂ ਰੇਡੀਓ ਦੇ ਉੱਤੇ ਅਨਾਉਂਸਰ ਰੱਖਣੇ ਹੁੰਦੇ ਆ ਤਾਂ ਵਿਦਿਆਰਥੀ ਜਾਂ ਜਿਹੜਾ ਪ੍ਰਖਿਆਰਥੀ, ਜਿਹੜਾ ਉਮੀਦਵਾਰ ਹੁੰਦਾ, ਉਹ ਪਰਦੇ ਦੇ ਉਹਲੇ ਹੁੰਦਾ ਤੇ ਜਦੋਂ ਉਹ ਬੋਲਦਾ ਤੇ ਉਹਦੇ ਬੋਲਣ ਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਹੈ ਕਿ ਉਸਨੇ ਕਿੰਨੀ ਕੁ ਮਿਹਨਤ ਕਰੀ ਹੋਈ ਹੈ। ਦੂਸਰੇ ਪਾਸੇ ਉਸ ਨੂੰ ਅਸੀਂ ਆਪਦੀ ਸਿੱਖਿਆ ਪ੍ਰਣਾਲੀ 'ਚ ਕਿਤੇ ਥਾਂ ਨਹੀਂ ਦਿੱਤਾਗਾ। ਇਹ ਸਿੱਖਿਆ ਪ੍ਰਣਾਲੀ ਵਿੱਚ ਉਹਦੇ ਉਚਾਰਨ ਨੂੰ ਵੀ ਥਾਂ ਦੇਣ ਦੀ ਜ਼ਰੂਰਤ ਹੈਗੀ ਆ। ਇਹ ਟੈਸਟਿੰਗ ਦੇ ਵਿੱਚ, ਇਹ ਮੁਲਾਂਕਣ ਦੇ ਵਿੱਚ, ਇਸ ਨੂੰ ਐਵੈਲੂਏਸ਼ਨ ਦੇ ਵਿੱਚ ਇਹਦਾ ਪੋਰਸ਼ਨ ਪਾਉਣ ਦੀ ਜ਼ਰੂਰਤ ਹੈਗੀ ਆ। ਇਹ ਗੱਲ ਮੈਂ ਇਹ ਵੀ ਕਹਿ ਰਿਹਾ, ਮੈਨੂੰ ਨਹੀਂ ਪਤਾ ਕਿ ਇਸ ਕੋਰਸ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ, ਇਸ ਕੋਰਸ ਦਾ ਜਿਹੜਾ ਸਾਰ ਤੱਤ ਹੋਊਗਾ ਉਹ ਕਿੱਥੇ ਜਾਣਾ ਜਾਂ ਉਹਦੇ ਬਾਰੇ ਕੀ ਕਰਨਾ ਹੈ, ਪਰ ਉਸ ਸੰਬੰਧੀ ਮੇਰੀ ਇਹ ਰਾਏ ਆ ਕਿ ਹਰ ਹਾਲਤ ਦੇ ਵਿੱਚ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਦਾ ਜਿਹੜਾ ਲਿਖੇ ਹੋਏ ਦਾ ਉਚਾਰਨ ਆ, ਉਸ ਉਚਾਰਨ ਦਾ ਜਿਹੜਾ ਪ੍ਰੈਕਟੀਕਲ ਟੈਸਟ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਤੇ ਉਸ ਦੇ ਕਿਤੇ ਨਾ ਕਿਤੇ ਨੰਬਰ ਲੱਗਣੇ ਚਾਹੀਦੇ ਆ, ਉਸ ਨੂੰ ਕਿਤੇ ਨਾ ਕਿਤੇ ਮਾਨਤਾ ਮਿਲਣੀ ਚਾਹੀਦੀ ਹੈ।
ਇਸੇ ਤਰ੍ਹਾਂ ਵਾਰਤਕ ਪੜ੍ਹਦਿਆਂ ਇੱਕ ਹੋਰ ਮਹੱਤਵਪੂਰਨ ਗੱਲ ਸਾਹਮਣੇ ਆਉਂਦੀ ਹੈ। ਉਹ ਮਹੱਤਵਪੂਰਨ ਗੱਲ ਇਹ ਆ ਕਿ ਬਹੁਤ ਵਾਰੀ ਜਿਹੜੇ ਵੱਡੇ ਲਿਖਾਰੀ ਹੁੰਦੇ ਆ, ਜਾਂ ਜਦੋਂ ਅਸੀਂ ਪੁਸਤਕਾਂ ਦੇ ਵਿੱਚ ਕਿਸੇ ਵੱਡੇ ਲਿਖਾਰੀ ਦੇ ਲੇਖ ਸ਼ਾਮਲ ਕਰਦੇ ਆ, ਮੈਨੂੰ ਬਹੁਤ ਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਤਿਆਰ ਕਰਨ ਦਾ ਮੌਕਾ ਮਿਲਿਆ, ਤਾਂ ਮੰਨ ਲਓ ਅਸੀਂ ਗੁਰਬਖਸ਼ ਸਿੰਘ ਦਾ ਕੋਈ ਲੇਖ ਲਗਾ ਦਿੰਦੇ ਆ ਜਾਂ ਬਲਵੰਤ ਗਾਰਗੀ ਦਾ ਲੇਖ ਲਗਾ ਦਿੰਦੇ, ਤੇ ਜਦੋਂ ਅਸੀਂ ਲੇਖ ਲਗਾਉਣੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਅਜਿਹੇ ਹੁੰਦੇ ਆ ਕਿ ਜਿਹੜੇ ਜਾਂ ਤਾਂ ਪੁਰਾਣੇ ਸਮੇਂ ਦੇ ਸ਼ਬਦ ਹੁੰਦੇ ਆ, ਜਾਂ ਇੱਕ ਆਮ ਵਿਦਿਆਰਥੀ ਦੀ ਪੱਧਰ ਤੋਂ ਉੱਪਰ ਹੁੰਦੇ ਆ। ਅਸੀਂ ਉਹਨਾਂ ਨੂੰ ਔਖੇ ਸ਼ਬਦ ਕਹਿੰਦੇ ਆ ਕਿ ਉਹਨਾਂ ਔਖੇ ਸ਼ਬਦਾਂ ਦੇ ਸਾਨੂੰ ਅਰਥ ਦੱਸਣੇ ਚਾਹੀਦੇ ਆ। ਦੇਖੋ, ਇਹ ਵਧੀਆ ਗੱਲ ਹੈਗੀ ਆ ਕਿ ਇਸ ਪੜ੍ਹਾਉਣ ਦੀ ਵਿਧੀ ਦੇ ਵਿੱਚ, ਮੈਂ ਜ਼ਿਆਦਾ ਜ਼ੋਰ ਪੜ੍ਹਾਉਣ ਦੀ ਵਿਧੀ ਤੇ ਦੇ ਰਿਹਾ ਕਿ ਪੜ੍ਹਾਉਣ ਦੇ ਵਿੱਚ ਇਹ ਗੱਲ ਬਹੁਤ ਜ਼ਰੂਰੀ ਹੈਗੀ ਆ ਕਿ ਵਾਰਤਕ ਦੇ ਅਧਿਆਪਨ ਕਰਨ ਸਮੇਂ ਅਸੀਂ ਵਿਦਿਆਰਥੀ ਨੂੰ ਇਹ ਕਹੀਏ ਕਿ ਉਹ ਆਪ ਪੜ੍ਹੇ, ਤੇ ਪੜ੍ਹ ਕੇ ਜਿਹੜੇ ਸ਼ਬਦਾਂ ਦੇ ਅਰਥ ਉਹਨੂੰ ਨਹੀਂ ਆਉਂਦੇ ਉਹਨਾਂ ਸ਼ਬਦਾਂ ਨੂੰ ਉਹ ਅੰਡਰਲਾਈਨ ਕਰੇ, ਤੇ ਅੰਡਰਲਾਈਨ ਕਰਕੇ ਉਹ ਅਧਿਆਪਕ ਤੋਂ ਪੁੱਛੇ ਕਿ ਇਹਨਾਂ ਦੇ ਅਰਥ ਕੀ ਨੇ। ਬਹੁਤ ਵਾਰੀ ਜਿਹੜੇ ਪਿੱਛੇ ਅਭਿਆਸ ਦਿੱਤੇ ਹੁੰਦੇ ਆ, ਮੈਂ ਪਿਛਲੇ ਦਿਨਾਂ ਦੇ ਵਿੱਚ 6ਵੀਂ ਤੋਂ ਲੈ ਕੇ ਜਿਹੜੀਆਂ 10ਵੀਂ ਤੱਕ ਦੀਆਂ ਕਿਤਾਬਾਂ ਹੈਗੀਆਂ ਉਹਨਾਂ ਨੂੰ ਦੁਬਾਰਾ, ਉਹਨਾਂ ਦੇ ਵਿੱਚੋਂ ਜਿਹੜੇ ਵਾਰਤਕ ਨਾਲ ਸੰਬੰਧਿਤ ਕਿਤਾਬਾਂ ਦੇ ਵਿੱਚ ਲੇਖ ਸੀਗੇ ਉਹਨਾਂ ਨੂੰ ਦੁਬਾਰਾ ਪੜ੍ਹਿਆ, ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਬਹੁਤ ਸਾਰੇ ਅਸੀਂ ਅਜਿਹੇ ਸ਼ਬਦਾਂ ਨੂੰ ਔਖਿਆਂ ਵਿੱਚ ਪਾ ਰੱਖਿਆ ਜਿਨ੍ਹਾਂ ਨੂੰ ਹੋ ਸਕਦਾ ਵਿਦਿਆਰਥੀ ਸਮਝਦਾ ਹੋਵੇ, ਤੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਅਸੀਂ ਉੱਥੇ ਦਰਜ ਨਹੀਂ ਕੀਤਾ, ਉਹਨਾਂ ਨੂੰ ਅਸੀਂ ਸੌਖੇ ਸਮਝਿਆ, ਹੋ ਸਕਦਾ ਉਹਨਾਂ ਨੂੰ ਵਿਦਿਆਰਥੀ ਔਖੇ ਸਮਝਦਾ ਹੋਵੇ। ਇੱਥੇ ਜਿਹੜੀ ਮੈਂ ਕਹਿੰਦਾ ਕਿ ਜਿਹਨੂੰ ਕ੍ਰੀਏਟਿਵ ਕਹਿ ਸਕਦੇ ਹਾਂ ਕਿ ਕ੍ਰੀਏਟਿਵ ਟੀਚਿੰਗ ਦੀ ਲੋੜ ਹੁੰਦੀ ਆ, ਸਿਰਜਣਾਤਮਕ ਜਿਹੜਾ ਅਧਿਆਪਨ ਦੀ ਲੋੜ ਹੁੰਦੀ ਆ, ਕਿ ਵਿਦਿਆਰਥੀ ਤੋਂ ਵਿਦਿਆਰਥੀ ਇਹ ਵੱਖਰਾ ਵੱਖਰਾ ਹੋ ਸਕਦਾ ਹੈਗਾ ਕਿ ਕਿਹੜੇ ਵਿਦਿਆਰਥੀ ਨੂੰ ਕਿਹੜਾ ਸ਼ਬਦ ਨਹੀਂ ਆਉਂਦਾ, ਕਿਹੜਾ ਸ਼ਬਦ ਉਹਨੇ ਨਹੀਂ ਪਹਿਲਾਂ ਪੜ੍ਹਿਆ। ਤਾਂ ਉਹ ਇਹਦੇ ਵਿੱਚ ਜੇ ਅਸੀਂ ਵੇਖੀਏ ਕਿ ਜਿਹੜਾ ਅੰਗਰੇਜ਼ੀ ਆ, ਅੰਗਰੇਜ਼ੀ ਦੇ ਵਿੱਚ ਜਿਹੜੀਆਂ ਈ ਬੁੱਕਸ ਨੇ ਜਾਂ ਜਿਹੜੀਆਂ ਸਾਡੀ ਟੈਕਸਟ ਟਾਈਪ ਕੀਤੀ ਹੋਈ ਆ, ਉਹਦੇ ਵਿੱਚ ਵਰਡ ਫਾਈਲ ਦੇ ਵਿੱਚ ਜੇ ਅਸੀਂ ਕਿਸੇ ਸ਼ਬਦ ਉੱਤੇ ਕਰਸਰ ਲੈ ਕੇ ਜਾਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਸ਼ਬਦ ਜੇ ਹਾਈਲਾਈਟ ਹੋ ਜੇ, ਤੇ ਜੇ ਉਹਨੂੰ ਅਸੀਂ ਰਾਈਟ ਕਰੈਕਟ ਕਰ ਲਈਏ ਜਿਸ ਤਰ੍ਹਾਂ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਹੁੰਦਾ ਹੈ, ਤਾਂ ਸਾਨੂੰ ਉਹਦੇ ਡਿਕਸ਼ਨਰੀ ਮੀਨਿੰਗ ਪ੍ਰਾਪਤ ਹੋ ਜਾਂਦੇ ਆ। ਪਰ ਪੰਜਾਬੀ ਵਿੱਚ ਹਜੇ ਇਸ ਕਿਸਮ ਦੀ ਸੁਵਿਧਾ ਨਹੀਂ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਈ ਬੁੱਕਸ ਤਿਆਰ ਹੋਣ, ਉਹਨਾਂ ਦੇ ਲਈ ਮੇਰਾ ਇਹ ਸੁਝਾਅ ਆ ਕਿ ਪੰਜਾਬੀ ਦੇ ਵਿੱਚ ਵੀ ਜਿਹੜੀਆਂ ਈ ਬੁੱਕਸ ਤਿਆਰ ਹੋਣ ਉਹਨਾਂ ਵਿੱਚ ਇਹ ਸੁਵਿਧਾ ਹੋਣੀ ਚਾਹੀਦੀ ਆ ਕਿ ਜੇ ਵਿਦਿਆਰਥੀ ਜਾਂ ਅਧਿਆਪਕ ਕਿਸੇ ਸ਼ਬਦ ਨੂੰ ਹਾਈਲਾਈਟ ਕਰਦਾ ਹੈਗਾ ਉਸ ਨੂੰ, ਤਾਂ ਉਸ ਦੇ ਉੱਤੇ ਕਰਸਰ ਲਿਜਾ ਕੇ ਜੇ ਉਹਨੂੰ ਕਲਿੱਕ ਕਰਦਾ ਤਾਂ ਉਹਦੇ ਕੋਸ਼ਗਤ ਅਰਥ ਸਾਨੂੰ ਪ੍ਰਾਪਤ ਹੋ ਜਾਣ। ਇਸ ਤਰ੍ਹਾਂ ਮੈਂ ਸਿਰਫ ਅਧਿਆਪਨ ਦੇ ਪੱਖੋਂ ਅੱਜ ਦੋ ਗੱਲਾਂ ਤੇ ਜ਼ੋਰ ਦਿੱਤਾ। ਇੱਕ ਬਿਲਕੁਲ ਪਰੰਪਰਕ ਵਿਧੀ ਆ ਤੂੰ ਪੜ੍ਹ ਦੀ ਵਿਧੀ, ਕਿ ਵਿਦਿਆਰਥੀ ਤੋਂ ਭਾਈ ਉਚਾਰਨ ਸਿਖਾਉਣ ਲਈ ਕਲਾਸ ਵਿੱਚ ਪੜ੍ਹਾ ਕੇ ਵੇਖਣਾ ਚਾਹੀਦਾ। ਦੂਜੀ ਜਿਹੜੀ ਮੈਂ ਗੱਲ ਕੀਤੀ ਆ ਉਹ ਈ ਬੁੱਕਸ ਬਾਰੇ ਕੀਤੀ ਆ, ਬਿਲਕੁਲ ਨਵੀਂ ਵਿਧੀ ਦੇ ਬਾਰੇ ਗੱਲ ਕੀਤੀ ਆ ਕਿ ਜਿਹੜੀ ਸਾਡੇ ਪੰਜਾਬੀ ਦੇ ਵਿੱਚ ਜਿਹੜੀਆਂ ਪਾਠ ਪੁਸਤਕਾਂ ਉਹਦੇ ਵਿੱਚ ਹਜੇ ਇਹ ਸਾਨੂੰ ਘਾਟ ਪ੍ਰਾਪਤ ਹੁੰਦੀ ਹੈ। ਸਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਜੋੜ ਕਿਸੇ ਨਾ ਕਿਸੇ ਕਿਸਮ ਨਾਲ ਹਰ ਹਾਲਤ ਦੇ ਵਿੱਚ ਕਰਨਾ ਚਾਹੀਦਾ ਹੈਗਾ। ਮੈਂ ਜਿਹੜੇ ਲੇਖਾਂ ਨੂੰ ਧਿਆਨ ਨਾਲ ਪੜ੍ਹਿਆ 6ਵੀਂ ਕਲਾਸ ਦੇ ਵਿੱਚ, ਜਿਹੜੇ ਤੇ 8ਵੀਂ ਤੇ 10ਵੀਂ ਕਲਾਸ ਦੇ ਵਿੱਚ ਜਿਹੜਾ ਬਾਬਾ ਬੁੱਢੇ ਨਾਲ ਸੰਬੰਧਿਤ ਲੇਖ ਆ, ਜਾਂ ਜਿਹੜੇ ਛਿੰਝ ਸ਼ਰਾਹਾਂ ਦੀ ਸੀਗੀ, ਤੇ ਜਾਂ ਕਿ ਮੈਂ ਦੂਸਰੇ ਲੇਖ ਆ ਪੜ੍ਹਿਆ ਜਿਹੜਾ ਗਾਰਗੀ ਦਾ ਲੇਖ। ਇਹਨਾਂ ਲੇਖਾਂ ਨੂੰ ਪੜ੍ਹਦਿਆਂ ਮੈਂ ਇਹ ਜਾਣਿਆ ਕਿ ਅਸੀਂ ਤਿੰਨਾਂ ਹੀ ਪੜਾਵਾਂ ਤੇ ਵਿਦਿਆਰਥੀਆਂ ਤੋਂ ਹਾਲ ਦੀ ਘੜੀ ਜੋ ਕੁਝ ਪੁੱਛ ਰਹੇ ਹਾਂ, ਉਹ ਅਸੀਂ ਇੱਕ ਤਾਂ ਇਹ ਪੁੱਛ ਰਹੇ ਹਾਂ ਕਿ ਵਿਦਿਆਰਥੀਆਂ ਤੋਂ ਅਸੀਂ ਪੜ੍ਹੇ ਹੋਏ ਪਾਠ ਦੇ ਵਿੱਚੋਂ ਪ੍ਰਸ਼ਨ ਪੁੱਛਦੇ ਹਾਂ, ਤੇ ਪ੍ਰਸ਼ਨਾਂ ਦੇ ਅਸੀਂ ਉਹਨਾਂ ਤੋਂ ਉੱਤਰ ਜਾਣਨਾ ਚਾਹੁੰਦੇ ਹਾਂ। ਤਾਂ ਬਹੁਤ ਵਾਰੀ ਵਿਦਿਆਰਥੀ ਕੀ ਕਰਦੇ ਹੈਗੇ ਆ ਕਿ ਵਿਦਿਆਰਥੀ ਆ ਜਿਹੜੇ ਉਹ ਸਿਰਫ ਪ੍ਰਸ਼ਨਾਂ ਦੇ ਉੱਤਰ ਜਾਣ ਜਾਂਦੇ ਆ, ਪਰ ਉਹ ਪਾਠ ਨਹੀਂ ਪੜ੍ਹਦੇ। ਅਧਿਆਪਕ ਉਹਨਾਂ ਨੂੰ ਪ੍ਰਸ਼ਨਾਂ ਦੇ ਉੱਤਰ ਹਟਾ ਦਿੰਦਾ, ਕਿਉਂਕਿ ਪ੍ਰਸ਼ਨ ਪੱਤਰ ਵਿੱਚ ਵੀ ਉਹਨਾਂ ਪ੍ਰਸ਼ਨਾਂ ਦੇ ਉੱਤਰ ਹੀ ਪੁੱਛੇ ਜਾਣੇ ਆ। ਇਸ ਨਾਲ ਕੀ ਹੁੰਦਾ ਕਿ ਵਿਦਿਆਰਥੀ ਦੀ ਖੁਦ ਪੜ੍ਹਨ ਤੇ ਖੁਦ ਲਿਖਣ ਦੀ ਜਿਹੜੀ ਰੁਚੀ ਦਾ ਨਾਸ ਹੋ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈਗੀ ਆ ਕਿ ਕੱਲ ਮੈਨੂੰ ਕਿਸੇ ਐਡਮਿਸ਼ਨ ਦੇ ਲਈ, ਦਾਖਲਿਆਂ ਦੇ ਲਈ, ਯੂਨੀਵਰਸਿਟੀ ਦੇ ਵਿੱਚ +2 ਤੋਂ ਬਾਅਦ ਦਾਖਲੇ ਹੋ ਰਹੇ ਆ, ਉਹਦੇ ਲਈ ਇੱਕ ਇੰਟਰਵਿਊ ਨੂੰ ਕੁਝ ਦੇਰ ਲਈ ਅਬਜ਼ਰਵ ਕਰਨ ਦਾ ਮੌਕਾ ਮਿਲਿਆ। ਤੇ ਬਹੁਤ ਸਾਰੇ ਜਿਹੜੇ ਅਧਿਆਪਕ
ਦੇ ਵਿਦਿਆਰਥੀ ਜਿਹੜੇ ਉੱਥੇ ਉਮੀਦਵਾਰ ਬਣ ਕੇ ਆਏ ਸੀ, ਉਹਨਾਂ ਉਮੀਦਵਾਰਾਂ ਨੇ ਇਹ ਕਿਹਾ ਕਿ ਅਸੀਂ ਪਾਠ ਪੁਸਤਕ ਨਹੀਂ ਪੜ੍ਹੀ, ਇਸ ਤਾਂ ਸਿਰਫ ਗਾਈਡਾਂ ਪੜ੍ਹੀਆਂ ਨੇ। ਤਾਂ ਇੱਕ ਤਾਂ ਇਹ ਕਿ ਜਿਹੜੇ ਪ੍ਰਸ਼ਨ ਨੇ ਉਹ ਪ੍ਰਸ਼ਨਾਂ ਦਾ ਮੰਤਵ ਤਾਂ ਸਾਡਾ ਇਹ ਹੈ ਕਿ ਅਸੀਂ ਇਹ ਜਾਣ ਸਕੀਏ ਕਿ ਕੀ ਵਿਦਿਆਰਥੀ ਨੂੰ ਪੜ੍ਹਿਆ ਸਮਝ ਆ ਗਿਆ ਕਿ ਨਹੀਂ, ਪਰ ਅਰਥ ਉਹਦਾ ਇਹ ਹੋ ਗਿਆ ਕਿ ਕੀ ਵਿਦਿਆਰਥੀ ਨੂੰ ਇਸ ਪ੍ਰਸ਼ਨ ਦੇ ਅੱਗੇ ਇੱਕ ਵਿਸ਼ੇਸ਼ ਉੱਤਰ ਲਿਖਣਾ ਆਉਂਦਾ ਹੈ ਕਿ ਨਹੀਂ। ਤਾਂ ਇਸ ਤਰ੍ਹਾਂ ਸਾਨੂੰ ਜਿਹੜੇ ਸਵਾਲ ਨੇ ਉਹ ਵੱਧੇ ਰੁੱਧੇ ਸਵਾਲਾਂ ਦੀ ਥਾਂ ਤੇ ਉਹ ਸਿਰਫ ਮਾਡਲ ਪ੍ਰਸ਼ਨ ਹੀ ਹੋਣੇ ਚਾਹੀਦੇ ਆ। ਪ੍ਰਸ਼ਨ ਆ ਜਿਹੜੇ ਉਹ ਵੱਖਰੇ ਵੱਖਰੇ ਭਾਂਤ ਦੇ ਹੋਣੇ ਚਾਹੀਦੇ ਆ ਤੇ ਅਧਿਆਪਕ ਨੂੰ ਉਸ ਦੀ ਟ੍ਰੇਨਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਬਹੁਤ ਵਾਰੀ ਅਸੀਂ ਇਸ ਦੇ ਨਾਲ ਵਾਰਤਕ ਨੂੰ ਪੜ੍ਹਾਉਂਦਿਆਂ ਸਾਡੇ ਮਨ ਦੇ ਵਿੱਚ ਹੋਰ ਆਦੇਸ਼ ਹੋਣੇ ਚਾਹੀਦੇ ਆ ਤੇ ਕਵਿਤਾ ਨੂੰ ਪੜ੍ਹਾਉਂਦਿਆਂ ਹੋਰ ਆਦੇਸ਼ ਹੋਣੇ ਚਾਹੀਦੇ। ਕਵਿਤਾ ਪੜ੍ਹਾਉਂਦਿਆਂ ਅਸੀਂ ਵਿਦਿਆਰਥੀ ਦੀ ਸੋਝ ਸੰਵੇਦਨਾ ਵਿਕਸਿਤ ਕਰਨੀ ਆ, ਉਸ ਦੀ ਕਲਪਨਾਦਾਰੀ ਨੂੰ ਹੱਲਾਸ਼ੇਰੀ ਦੇਣੀ ਆ, ਉਸ ਨੂੰ ਜਿਹੜਾ ਇੱਕ ਸੰਗੀਤਕ ਰਿਦਮ ਹੈਗਾ ਉਹਦੇ ਤੋਂ ਜਾਣੂ ਕਰਾਉਣਾ। ਪਰ ਜਦੋਂ ਅਸੀਂ ਵਾਰਤਕ ਪੜ੍ਹਾਉਣੀ ਆ ਤਾਂ ਵਾਰਤਕ ਪੜ੍ਹਾਉਣ ਸਮੇਂ ਅਸੀਂ ਉਹਨੂੰ ਨਾ ਕੇਵਲ ਗਿਆਨ ਹੀ ਦੇਣਾ, ਸਗੋਂ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਣਾ ਉਸ ਦਾ ਬੌਧਿਕ ਹੱਲ ਪੇਸ਼ ਕਰਨਾ। ਇਸ ਕਰਕੇ ਇਹਦਾ ਆਦੇਸ਼ ਵੱਖਰਾ ਹੈ ਤੇ ਇਸ ਲਈ ਇਸ ਦੀਆਂ ਜਿਹੜੀਆਂ ਮਲੰਕਣੀ ਵਿਧੀਆਂ ਉਹ ਵੀ ਵੱਖਰੀਆਂ ਹੋਣੀਆਂ ਚਾਹੀਦੀਆਂ, ਪਰਖ ਕਰਨ ਦਾ ਢੰਗ ਵੀ ਵੱਖਰਾ ਹੋਣਾ ਚਾਹੀਦਾ। ਤੇ ਉਸ ਪਰਖ ਕਰਨ ਦੇ ਢੰਗ ਦੇ ਵਿੱਚ ਵਾਰਤਕ ਦੇ ਮਾਮਲੇ ਵਿੱਚ ਤਿੰਨ ਗੱਲਾਂ ਪ੍ਰਮੁੱਖ ਨੇ ਕਿ ਪਹਿਲੀ ਗੱਲ ਕਿ ਵਿਦਿਆਰਥੀ ਦਾ ਉਚਾਰਨ ਸਹੀ ਹੋਵੇ, ਦੂਸਰਾ ਕਿ ਜੋ ਉਸ ਨੂੰ ਪੀਸ ਟੁਕੜਾ ਵਾਰਤਕ ਦਾ ਮਿਲਿਆ ਉਸ ਨੂੰ ਲੋੜ ਅਨੁਸਾਰ ਸੰਖੇਪ ਕਰ ਸਕਦਾ ਹੋਵੇ ਤੇ ਜੇ ਲੋੜ ਪਵੇ ਤਾਂ ਉਸ ਨੂੰ ਵਿਸਤਾਰ ਵੀ ਦੇ ਸਕਦਾ ਹੋਵੇ। ਇਹ ਹੁਨਰ ਦਾ ਵਿਕਾਸ ਕਰਨਾ ਜਿਹੜਾ ਇਹਦੇ ਨਾਲ ਨਾ ਕੇਵਲ ਉਸ ਅੰਦਰ ਗਿਆਨ ਹੀ ਸੰਚਾਰ ਹੋਵੇਗਾ, ਸਗੋਂ ਉਹ ਜ਼ਿੰਦਗੀ ਦੇ ਵਿੱਚ ਭਵਿੱਖ ਲਈ ਵੀ ਇੱਕ ਚੰਗਾ ਨਾਗਰਿਕ ਬਣੇਗਾ। ਇੱਕ ਵਾਰ ਮੇਰੀਆਂ ਇੰਨੀਆਂ ਹੀ ਗੱਲਾਂ ਮੈਂ ਕਰਨੀਆਂ ਚਾਹੁੰਦਾ। ਤੁਹਾਡੇ ਮਨਾਂ ਦੇ ਵਿੱਚ ਕੀ ਪ੍ਰਸ਼ਨ ਉੱਠਦੇ ਨੇ ਉਸ ਸੰਬੰਧੀ ਮੈਨੂੰ ਸੰਵਾਦ ਕਰਕੇ ਉਸ ਨਾਲ ਗੱਲਬਾਤ ਕਰਕੇ ਜ਼ਿਆਦਾ ਵਧੀਆ ਲੱਗੂਗਾ, ਕਿਉਂਕਿ ਇਹ ਇੱਕ ਪਾਸੜੀ ਮਾਧਿਅਮ ਆ ਕਿ ਮੈਂ ਆਪਣੇ ਵੱਲੋਂ ਤਾਂ ਜੋ ਬੋਲਣਾ ਸੀ ਬੋਲ ਦਿੱਤਾ। ਤੁਹਾਡੇ ਮਨ ਦੇ ਵਿੱਚ ਕੀ ਗੱਲ ਆਈ, ਕੀ ਤੁਸੀਂ ਸਮਝਿਆ, ਕੀ ਸੁਣਿਆ, ਕੀ ਜਾਣਨਾ ਚਾਹੁੰਦੇ ਆ ਉਹ ਮੈਨੂੰ ਨਹੀਂ ਪਤਾ। ਇਸ ਕਰਕੇ ਮੈਂ ਇੱਕ ਵਾਰ ਆਪਣੇ ਸ਼ਬਦਾਂ ਨੂੰ ਆਪਣੀ ਗੱਲਬਾਤ ਨੂੰ ਵਿਰਾਮ ਦਿੰਦਾ। ਤੁਹਾਡੇ ਪ੍ਰਸ਼ਨ ਜਾਂ ਤੁਹਾਡੇ ਵੱਲੋਂ ਪੁੱਛੀਆਂ ਗਈਆਂ ਗੱਲਾਂ ਜਾਂ ਈਵਨ ਦੱਸੀਆਂ ਗੱਲਾਂ ਉਹ ਜ਼ਿਆਦਾ ਮਹੱਤਵਪੂਰਨ ਹੋਣਗੀਆਂ। ਮਿਹਰਬਾਨੀ। ਸਰ ਸਤਿ ਸ਼੍ਰੀ ਅਕਾਲ ਜੀ, ਗੁਰਧਿਆਨ ਸਿੰਘ ਬੋਲਦਾ ਸਰ। ਹਾਂਜੀ ਬੋਲੋ ਗੁਰਧਿਆਨ ਸਿੰਘ ਜੀ। ਸਰ ਬਹੁਤ ਵਧੀਆ ਲੱਗਿਆ ਜੀ, ਅੱਜ ਫੇਰ ਉਹੀ ਕਲਾਸ ਲੱਗੀ ਜੀ, ਵਿਸ਼ਾ ਜ਼ਰੂਰ ਬਦਲਿਆ ਹੈ ਸੀ, ਵਾਰਤਕ ਦੀ ਕਲਾਸ ਸੇਮ ਉਹੀ ਲੱਗੀ, ਬਹੁਤ ਵਧੀਆ ਟੌਪਿਕ ਸੀ ਤੇ ਕੁਝ ਚੀਜ਼ਾਂ ਜਿਹੜੀਆਂ ਬਰੀਕੀਆਂ ਨਹੀਂ ਸੀ ਪਤਾ ਲੱਗਦੀਆਂ ਤੁਹਾਡੇ ਕੋਲੋਂ ਫੇਰ ਉਹ ਵੀ ਨਵੀਂ ਚੀਜ਼ ਉਹਨੂੰ ਰੀਫਰੈਸ਼ ਕਰਨ ਦਾ ਮੌਕਾ ਮਿਲਿਆ ਸਰ, ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ ਸਰ। ਦੇਖੋ ਗੁਰਧਿਆਨ ਸਿੰਘ, ਗੱਲ ਇਹ ਹੈ ਕਿ ਟੀਚਰ ਦਾ ਵੈਸੇ ਹੀ ਹੁੰਦਾ ਕਿ ਟੀਚਰ ਚੰਗਾ ਬੋਲਦੇ ਜਾਂ ਟੀਚਰ ਚੰਗੇ ਹੁੰਦੇ ਆ। ਤੁਸੀਂ ਮਤਲਬ ਕਿ ਇਹੋ ਜਿਹੇ ਮੇਰੇ ਲਈ ਸ਼ਬਦ ਵਰਤੇ, ਮਿਹਰਬਾਨੀ। ਪਰ ਅਸਲ ਸੱਚੀਓ ਇਹ ਗੱਲਾਂ ਬੜੀਆਂ ਗੰਭੀਰ ਨੇ, ਤੁਹਾਡੇ ਮੋਢਿਆਂ ਤੇ ਬੜੀਆਂ ਜ਼ਿੰਮੇਵਾਰੀਆਂ ਨੇ। ਤੁਸੀਂ ਇੱਕ ਅੱਛੇ ਵਿਦਿਆਰਥੀ ਰਹੇ ਆ ਆਪਣੇ ਸਮੇਂ ਵੀ, ਪਰ ਹੁਣ ਤੁਸੀਂ ਇੱਕ ਅਧਿਆਪਕ ਦੇ ਰੋਲ ਦੇ ਵਿੱਚ ਆ। ਕਿਸੇ ਹੋਰ ਉਮੀਦਵਾਰ ਨੇ ਜੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹਦਾ ਸਵਾਗਤ ਆ। हेलो हेलो सत श्री अकाल सर। सत श्री अकाल सर, एक क्वेश्चन थी कि एक बार साडी इंस्पेक्शन हो रही थी। हाँ जी। यूपी तो स्कूल यूपी ਦੇ ਸਕੂਲ ਵਿੱਚ ਪੜਾਉਂਦੀ ਹਾਂ ਮੈਂ। ਤਾਂ ਉੱਥੋਂ ਦੇ ਸਕੂਲ ਦੇ ਕੋਈ ਪ੍ਰਿੰਸੀਪਲ ਆਏ ਇੰਸਪੈਕਸ਼ਨ ਲੈਣ ਤੇ ਮੈਂ ਪ੍ਰੈਸੀ ਪੜਾਈ 10th ਨੂੰ ਤੇ ਪ੍ਰੈਸੀ ਲਈ ਪੈਰਾਗ੍ਰਾਫ ਦੇਣਾ ਜ਼ਰੂਰੀ ਹੁੰਦਾ ਹੈ। ਹਾਂਜੀ। ਜੋ ਅਸੀਂ ਪੜ੍ਹ ਕੇ ਹੀ ਉਹਨਾਂ ਨੂੰ ਬੋਲਾਂਗੇ ਤੇ ਉਹ ਲਿਖਣਗੇ ਬੱਚੇ ਤੇ ਫਿਰ ਪ੍ਰੈਸ ਬਣਾਉਣਗੇ। ਹਾਂਜੀ ਹਾਂਜੀ। ਉਹ ਮੈਨੂੰ ਕਹਿੰਦੇ ਤੁਸੀਂ ਬਿਨਾਂ ਬੁੱਕ ਤੇ ਪੜਾਓ, ਬੁੱਕ ਕਿਉਂ ਚੁੱਕੀ ਹੋਈ ਹੈ। ਮੈਂ ਕਿਹਾ ਵੀ ਪ੍ਰੈਸ ਹੀ ਬਿਨਾਂ ਬੁੱਕ ਤੇ ਕਿਵੇਂ ਪੜਾ ਸਕਦੇ ਹਾਂ ਅਸੀਂ ਪ੍ਰੈਸ ਬਿਨਾਂ ਬੁੱਕ ਦੇ, ਜਾਂ ਪੰਜਾਬੀ ਲੈਂਗੁਏਜ ਹੀ ਅਸੀਂ ਬਿਨਾਂ ਬੁੱਕ ਦੇ ਪੜਾ ਸਕਦੇ ਹਾਂ।
ਦੇਖੋ, ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਤੇ ਇਹ ਹੈਗੀ ਆ ਕਿ ਜਿਹਨੂੰ ਕਹਿੰਦੇ ਆ ਕਿ ਇੱਕ ਪਹਿਲਾ ਪੜਾਅ ਹੈ ਕਿ ਅਧਿਆਪਕ ਨੇ ਵਿਦਿਆਰਥੀ ਨੂੰ ਪਰਖਣਾ ਹੈ, ਤੇ ਇੱਕ ਦੂਜਾ ਪੜਾਅ ਹੈ ਕਿ ਸਮਾਜ ਨੇ ਜਾਂ ਉੱਚ ਅਧਿਕਾਰੀਆਂ ਨੇ ਜਾਂ ਸਿੱਖਿਆ ਪ੍ਰਬੰਧਕਾਂ ਨੇ ਅਧਿਆਪਕ ਨੂੰ ਪਰਖਣਾ ਹੈ। ਬਿਲਕੁਲ ਠੀਕ ਆ, ਪਰਖਣਾ ਚਾਹੀਦਾ, ਪਰ ਜਿਹੜਾ ਪਰਖਣ ਵਾਲਾ ਹੈਗਾ ਉਹਦੇ ਕੋਲੇ ਪਰਖਣ ਦੀ ਸਮਰੱਥਾ ਹੈ। ਜੇ ਕਿਸੇ ਅਧਿਕਾਰੀ ਨੇ ਇਹ ਗੱਲ ਆਖੀ ਤਾਂ ਇਹਦਾ ਮਤਲਬ ਇਹ ਕਿ ਜਾਂ ਤਾਂ ਉਹ ਕਦੇ ਸਕੂਲ ਕਾਲਜ ਗਿਆ ਨਹੀਂ, ਜਾਂ ਇਹ ਕਿ ਜਦੋਂ ਸਕੂਲ ਕਾਲਜ ਜਾਂਦਾ ਸੀ ਉਹਦਾ ਪੜ੍ਹਨ ਵੱਲ ਧਿਆਨ ਨਹੀਂ ਸੀ, ਜਾਂ ਕਹਿ ਲਓ ਕਿ ਉਹਨੂੰ ਸਿੱਖਿਆ ਦੀ ਵਿਧੀ ਬਾਰੇ ਨਹੀਂ ਪਤਾ ਕਿ ਹਰ ਵਿਧੀ ਨੂੰ ਪੜ੍ਹਾਉਣ ਦਾ ਆਪਣਾ ਢੰਗ ਹੈ। ਜਿਹੜੀ ਪ੍ਰੈਸੀ ਕਰਵਾਈ ਜਾਂਦੀ ਆ ਉਹਦੇ ਵਿੱਚ ਤਾਂ ਲਿਖਤੀ ਰੂਪ ਦੇ ਵਿੱਚ ਜੋ ਕੁਝ ਲਿਖਿਆ ਹੁੰਦਾ ਹੈਗਾ ਉਸ ਦੇ ਸ਼ਬਦ ਤੱਕ ਗਿਣੇ ਵੇ ਹੁੰਦੇ ਆ। ਆਮ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੀ ਪ੍ਰੈਸੀ ਹੈਗੀ ਆ ਉਹ 1/3 ਯਾਨੀ ਤੀਜੇ ਹਿੱਸੇ ਦੇ ਵਿੱਚ ਹੋਣੀ ਚਾਹੀਦੀ ਹੈ। ਤੇ ਤੁਸੀਂ ਜਦੋਂ ਲਿਖਤੀ ਰੂਪ ਦੇ ਵਿੱਚ ਬੋਲੋਗੇ ਤਾਂ ਲਿਖਤੀ ਰੂਪ ਦੇ ਵਿੱਚ ਬੋਲੇ ਤੋਂ ਹੀ ਤੁਸੀਂ ਉੱਥੇ ਅੱਖਰਾਂ ਦੀ ਗਿਣਤੀ ਕਰੋਗੇ ਕਿ ਮੈਂ ਸ਼ਬਦ ਕਿੰਨੇ ਬੋਲੇ, ਕਿ ਮੈਂ 500-300 ਸ਼ਬਦ ਬੋਲਿਆ, ਤੇ ਵਿਦਿਆਰਥੀ ਨੇ 100 ਸ਼ਬਦਾਂ ਦੀ ਪ੍ਰੈਸੀ ਕਰਨੀ ਆ ਉਹਦੇ ਵਿੱਚ। ਬਿਲਕੁਲ ਤੁਸੀਂ ਠੀਕ ਸੀਗੇ। ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਅਧਿਕਾਰੀ ਸੀਗਾ ਜਾਂ ਤਾਂ ਉਸ ਸਮੇਂ ਉਹਦਾ ਕਿਤੇ ਧਿਆਨ ਹੋਰ ਪਾਸੇ ਸੀ ਜਾਂ ਉਹ ਪ੍ਰੈਸੀ ਦੇ ਨਿਯਮਾਂ ਤੋਂ ਨਹੀਂ ਜਾਣੂ ਸੀ। ਨਿਸ਼ਚੇ ਹੀ ਇਹ ਕਈ ਵਾਰੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹਨਾਂ ਕੋਲ ਸ਼ਕਤੀ ਹੁੰਦੀ ਆ, ਉਹ ਉੱਚ ਅਦਾਰੇ 'ਚ ਬੈਠੇ ਹੁੰਦੇ ਆ, ਉਹ ਪ੍ਰਬੰਧਕ ਹੁੰਦੇ ਆ, ਉਹ ਆਪਦੀ ਗੱਲ ਮਨਾ ਜਾਂਦੇ ਆ। ਪਰ ਤੁਸੀਂ ਠੀਕ ਸੀਗੇ। ਇਹੋ ਜਿਹੇ ਬੰਦਿਆਂ ਨਾਲ ਕਈ ਵਾਰੀ ਵਾਹ ਪੈ ਜਾਂਦਾ ਹੈ, ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਰਜੀਤ ਸਿੰਘ ਬੋਲ ਰਿਹਾ ਸਰ। ਹਾਂਜੀ ਸਰ, ਜਿਹੜੀ ਤੂੰ ਪੜ ਵਿਧੀ ਦੀ ਆਪਾਂ ਗੱਲ ਕੀਤੀ ਹੈ, ਇਹਨੂੰ ਨਕਾਰਿਆ ਜਾ ਰਿਹਾ, ਅੱਜ ਵੀ ਨਕਾਰਿਆ ਜਾ ਰਿਹਾ। ਕੀ ਅਸੀਂ ਇਹਦੇ ਵਿੱਚ ਕੋਈ ਇਹਨਾਂ ਨੂੰ ਸੁਜੈਸਟ ਨਹੀਂ ਕਰ ਸਕਦੇ ਕਿ ਇਹ ਵਿਧੀ ਮਾੜੀ ਨਹੀਂ ਹੈ, ਕਿਉਂਕਿ ਇਹਦੇ ਨਾਲ ਸਾਨੂੰ ਵਿਦਿਆਰਥੀ ਨੂੰ ਜਾਣਨ ਦਾ, ਵਿਦਿਆਰਥੀ ਦੇ ਉਚਾਰਨ ਦੇ ਵਿੱਚ ਬੜਾ ਫਰਕ ਲੱਗਦਾ, ਮਹਿਸੂਸ ਹੁੰਦਾ ਹੈ। ਤੇ ਕੀ ਅਸੀਂ, ਕਿਉਂਕਿ ਆਮ ਤੌਰ 'ਤੇ ਜਦੋਂ ਅਸੀਂ ਕਈ ਵਾਰੀ ਇੰਸਪੈਕਸ਼ਨ 'ਚ ਵੀ ਹੁੰਦਾ ਤੇ ਇੱਕ ਦੋ ਵਾਰ ਮੈਂ ਵੀ ਸੁਣਿਆ ਉਹਨੂੰ ਕਹਿੰਦੇ ਆ ਕਿ ਇਹ ਕਿੱਦਾਂ ਦਾ ਸਟਾਈਲ ਪੜ੍ਹਾਉਣ ਦਾ, ਕੀ ਅਸੀਂ ਇਸ ਨੂੰ ਲਗਾਤਾਰ ਰੱਖ ਸਕਦੇ ਹਾਂ ਕਿ ਜਾਂ ਸਾਨੂੰ ਕੀ ਛੱਡਣਾ ਪਵੇਗਾ? ਇਹਦੇ ਬਾਰੇ ਥੋੜਾ ਸੁਝਾਅ ਦਿਓ। ਦੇਖੋ, ਗੱਲ ਇਹ ਹੈਗੀ ਆ ਕਿ ਸਿੱਖਿਆ ਦਾ ਜਿਹੜਾ ਮੰਤਵ ਹੈਗਾ ਉਹ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ। ਉਸ ਵਿੱਚ ਜ਼ਰੂਰ ਕਿਸੇ ਵੇਲੇ ਕਿਸੇ ਇੱਕ ਅੰਗ ਤੇ ਵਧੇਰੇ ਜ਼ੋਰ ਦੇ ਦਿੱਤਾ ਜਾਂਦਾ, ਬਾਅਦ ਦੇ ਵਿੱਚ ਮਹਿਸੂਸ ਕੀਤਾ ਜਾਂਦਾ ਕਿ ਇਸ ਅੰਗ ਤੇ ਵਧੇਰੇ ਜ਼ੋਰ ਨਹੀਂ ਦੇਣਾ ਚਾਹੀਦਾ। ਜਿਸ ਸਮੇਂ ਲਿਪੀ ਦੀ ਕਾਢ ਨਹੀਂ ਨਿਕਲੀ ਸੀ ਉਸ ਸਮੇਂ ਜ਼ਿਆਦਾ ਜ਼ੋਰ ਇਸ ਗੱਲ ਤੇ ਹੁੰਦਾ ਸੀ ਕਿ ਬੰਦੇ ਦੀ ਮੈਮਰੀ, ਬੰਦੇ ਦੀ ਯਾਦ ਸ਼ਕਤੀ ਬਹੁਤ ਹੋਵੇ। ਤਾਂ ਉਹ ਇੱਕ ਵੇਦ ਯਾਦ ਕਰ ਲਿਆ ਤਾਂ ਵੇਦੀ ਹੋ ਗਿਆ, 2 ਜਾਂ ਵੇਦ ਯਾਦ ਕਰ ਲਏ ਦਵੇਦੀ ਹੋ ਗਿਆ, 3 ਵੇਦ ਯਾਦ ਕਰ ਲਏ ਤ੍ਰਿਵੇਦੀ ਹੋ ਗਿਆ, 4 ਵੇਦ ਯਾਦ ਕਰ ਲਏ ਤਾਂ ਚਤੁਰਵੇਦੀ ਹੋ ਗਿਆ। ਇਹ ਤਾਂ ਪੁਰਾਣੀ ਵਿਧੀ ਸੀਗੀ। ਜਦੋਂ ਲਿਪੀ ਆ ਗਈ ਤਾਂ ਉਦੋਂ ਇਹ ਕਿ ਸਭ ਕੁਝ ਲਿਖਿਆ ਹੀ ਆ, ਪਰ ਮਹੱਤਵਪੂਰਨ ਹੋ ਗਿਆ ਕਿ ਕੀ ਲਿਖੇ ਨੂੰ ਵਿਅਕਤੀ ਸਹੀ ਢੰਗ ਨਾਲ ਉਚਾਰ ਸਕਦਾ ਹੈ ਕਿ ਨਹੀਂ। ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਪੀਚ ਐਂਡ ਡਰਾਮਾ ਦਾ ਇੱਕ ਵਿਭਾਗ ਹੁੰਦਾ ਸੀਗਾ। ਇੱਥੋਂ ਤੱਕ ਕਿ ਜਿਹੜੀਆਂ ਗਰੀਸ ਦੀਆਂ ਪੁਰਾਣੀਆਂ ਫਿਲਾਸਫੀ ਦੇ ਜਿਹੜੇ ਸਕੂਲ ਨੇ, ਜਿੱਥੇ ਮਤਲਬ ਕਿ ਸਕਰਾਤ ਵਰਗੇ, ਅਰਿਸਟੋਟਲ ਵਰਗੇ, ਪਲੈਟੋ ਵਰਗੇ ਬੰਦੇ ਪੜ੍ਹਦੇ ਪੜ੍ਹਾਉਂਦੇ ਸੀਗੇ, ਉੱਥੇ ਵੀ ਜਿਹਨੂੰ ਕਹਿੰਦੇ ਆ ਭਾਸ਼ਣ ਕਲਾ ਸਿਖਾਈ ਜਾਂਦੀ ਸੀ। ਹੌਲੀ ਹੌਲੀ ਕੀ ਹੋ ਗਿਆ ਕਿ ਇਹ ਸਮਝਿਆ ਜਾਣ ਲੱਗ ਪਿਆ ਕਿ ਅਧਿਆਪਕ ਤਾਂ ਕੁਝ ਕਰਦੇ ਨਹੀਂ, ਅਧਿਆਪਕ ਚੁੱਪ ਕਰਕੇ ਬੱਚੇ ਨੂੰ ਕਿਤਾਬ ਫੜਾ ਆਉਂਦੇ ਆ, ਕਹਿੰਦੇ ਤੂੰ ਪੜ੍ਹ ਚੱਲ, 1 ਰੋਲ ਨੰਬਰ ਪੜ੍ਹ ਚੱਲ, 2 ਰੋਲ ਨੰਬਰ ਪੜ੍ਹ ਚੱਲ, 3 ਰੋਲ ਨੰਬਰ ਪੜ੍ਹ। ਵਿਦਿਆਰਥੀ ਪੜ੍ਹੀ ਜਾਂਦਾ ਤੇ ਅਧਿਆਪਕ ਆ ਜਿਹੜਾ ਮਾੜੀ ਮੋਟੀ ਟੀਕਾ ਟਿੱਪਣੀ ਕਰੀ ਜਾਂਦਾ, ਤੇ ਇਹ ਕੋਈ ਵਿਧੀ ਨਹੀਂ। ਠੀਕ ਆ, ਜੇ ਕੱਲੀ ਇਸੇ ਵਿਧੀ ਤੇ ਹੀ ਰਿਹਾ ਜਾਊਗਾ ਤਾਂ ਮਾੜੀ ਗੱਲ। ਪਰ ਜਦੋਂ ਅਸੀਂ ਇਹ ਵਿਧੀ ਬਿਲਕੁਲ ਹੀ ਬੰਦ ਕਰ ਦਿੱਤੀ ਤਾਂ ਵਿਦਿਆਰਥੀ ਪੜ੍ਹਨ ਦਾ ਹੁਨਰ ਹੀ ਭੁੱਲ ਗਏ। ਸਪਸ਼ਟ ਰੂਪ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹਨਾ ਤੇ ਉਹਨੂੰ ਸਮਝਣ ਦਾ ਹੁਨਰ ਭੁੱਲ ਗਏ। ਤੋਲ ਬਿਠਾਉਣ ਦੀ ਜ਼ਰੂਰਤ ਹੈ। ਇੱਕੋ ਇੱਕ ਵਿਧੀ ਨਹੀਂ ਹੈ, ਪਰ ਇਸ ਦਾ ਪੂਰਨ ਨਕਾਰ ਕਰ ਦੇਣਾ, ਇਸ ਨੂੰ ਪੂਰਨ ਤੌਰ ਤੇ ਛੱਡ ਦੇਣਾ, ਇਹ ਵੀ ਠੀਕ ਨਹੀਂ। ਅੱਜ ਮੈਂ ਇਸ ਗੱਲ ਨੂੰ ਇਸ ਕਰਕੇ ਮੈਂ ਸਮਝਦਾ ਕਿ ਅੱਜ ਕੱਲ ਜਿਹੜੀ ਵਿਧੀ, ਜਦੋਂ ਅੱਜ ਕੱਲ ਦੀ ਸਿੱਖਿਆ ਦੇ ਵਿੱਚ ਜਿਹੜਾ ਇਹ ਸੰਕਲਪ ਚੱਲ ਰਿਹਾ ਕਿ ਇਸ ਨੂੰ ਨਕਾਰਿਆ ਜਾ ਰਿਹਾ, ਪਰ ਇਹ ਨਕਾਰਨ ਵਾਲੀ ਵਿਧੀ ਨਹੀਂ ਆ। ਹਾਂ, ਇਹ ਇਕੱਲੀ ਵਿਧੀ ਤੇ ਨਹੀਂ ਰਹਿਣਾ ਚਾਹੀਦਾ। ਇੱਥੋਂ ਤੱਕ ਕਿ ਹੁਣ ਜੇ ਤੁਸੀਂ ਕੰਪਿਊਟਰ ਦੇ ਵਿੱਚ ਵੇਖੋ ਜਾਂ ਮੋਬਾਈਲ ਦੇ ਵਿੱਚ ਵੇਖੋ ਤਾਂ ਬਹੁਤ ਸਾਰੀਆਂ ਅਜਿਹੀਆਂ ਐਪਲੀਕੇਸ਼ਨਸ ਆ ਰਹੀਆਂ ਜਿਹੜੀਆਂ ਸਪੀਚ ਟੂ ਟੈਕਸਟ ਟੂ ਸਪੀਚ ਹੁੰਦੀਆਂ, ਕਿ ਬੋਲਣ ਤੋਂ ਤੁਸੀਂ ਲਿਖ ਸਕਦੇ ਆ ਤੇ ਲਿਖਣ ਤੋਂ ਤੁਸੀਂ
ਸੁਣ ਸਕਦੇ ਆ, ਕਿ ਲਿਖਿਆ ਹੋਇਆ ਹੋਵੇ ਤਾਂ ਤੁਸੀਂ ਉਸ ਤੋਂ ਸੁਣ ਸਕਦੇ ਆ। ਜੇ ਬੋਲੋ ਤਾਂ ਉਹ ਟਾਈਪ ਹੋ ਜਾਂਦਾ, ਪਰ ਉਹ ਬੋਲਿਆ ਤਾਂ ਹੀ ਟਾਈਪ ਹੋਊਗਾ ਜੇ ਤੁਹਾਡਾ ਉਚਾਰਨ ਸਹੀ ਹੋਊਗਾ। ਤੇ ਤੁਸੀਂ ਕਿਸੇ ਕਿਤਾਬ ਨੂੰ ਪੜ੍ਹ ਕੇ ਆਨੰਦ ਤਾਂ ਹੀ ਲੈ ਸਕੋਗੇ ਕਿ ਜੇ ਤੁਸੀਂ ਪੜ੍ਹਨਾ ਨਹੀਂ, ਪਰ ਲਿਖੀ ਵੀ ਤੁਹਾਡੇ ਕੋਲ ਇੱਕ ਕਿਤਾਬ ਆ ਗਈ। ਤੁਸੀਂ ਅੰਗਰੇਜ਼ੀ ਦੇ ਵਿੱਚ ਤਾਂ ਬਹੁਤ ਸਾਰੀਆਂ ਟਾਕਿੰਗ ਬੁੱਕਸ ਅਵੇਲੇਬਲ ਨੇ ਕਿ ਤੁਸੀਂ ਉਹਨਾਂ ਨੂੰ ਕਿੰਡਲ ਦੇ ਵਿੱਚ ਅਵੇਲੇਬਲ ਆ ਕਿ ਅੰਗਰੇਜ਼ੀ ਦਾ ਕੋਈ ਤੁਸੀਂ ਨਾਵਲ ਪੜ੍ਹਨਾ ਹੈਗਾ, ਤੁਸੀਂ ਉਹਨੂੰ ਚੁੱਪ ਕਰਕੇ ਸਪੀਚ ਤੇ ਲਾ ਦਿੰਦੇ ਆ, ਆਪਣੇ ਆਪ ਹੀ ਉਹ ਨਾਵਲ ਬੋਲੀ ਜਾਂਦਾ ਹੈਗਾ, ਤੁਸੀਂ ਉਹ ਪੜ੍ਹੀ ਸੁਣੀ ਜਾਂਦੇ ਆ। ਤਾਂ ਇਹ ਵਿਧੀਆਂ ਜੇ ਪੰਜਾਬੀ ਦੇ ਵਿੱਚ ਲਿਆਉਣੀਆਂ ਤਾਂ ਨਿਸ਼ਚੇ ਹੀ ਸਾਨੂੰ ਵਿਦਿਆਰਥੀਆਂ ਦਾ ਉਚਾਰਨ ਵੀ ਸੁਧਾਰਨਾ ਪਵੇਗਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਅਜਿਹੇ ਤਕਨੀਕੀ ਕਾਰਜ ਆ ਜਿਹੜੇ ਉਹ ਕਰ ਸਕਣ ਦੇ ਸਮਰੱਥ ਹੋ ਸਕਣ। ਬਿਲਕੁਲ ਸਰ, ਬਿਲਕੁਲ ਸਹੀ ਗੱਲ ਹੈ। ਧੰਨਵਾਦ ਸਰ ਜੀ, ਧੰਨਵਾਦ। ਮਿਹਰਬਾਨੀ। ਕੋਈ ਹੋਰ ਵਿਦਿਆਰਥੀ? ਹੈਲੋ, ਕਿਸੇ ਹੋਰ ਦੋਸਤ ਕੋਲ ਜੇ ਕੋਈ ਸਵਾਲ ਹੋਏ ਤੇ ਪੁੱਛ ਸਕਦਾ ਹੈ। ਸਤਿ ਸ੍ਰੀ ਅਕਾਲ ਸਰ। ਹਾਂ ਅਮਨ ਸਰ, ਤੁਸੀਂ ਕੰਟੀਨਿਊ ਕਰੋ। ਹਾਂਜੀ ਸਰ। ਸਰ ਮੈਂ ਇਹ ਪੁੱਛਣਾ ਚਾਹੁੰਦਾ ਸੀ ਸਰ ਨੂੰ ਕਿ ਜਿਸ ਤਰ੍ਹਾਂ ਅਸੀਂ ਪੰਜਾਬੀ ਭਾਸ਼ਾ ਜੋ ਪੰਜਾਬ ਦੇ ਅੰਦਰ ਨਹੀਂ ਸਿਰਫ ਪੰਜਾਬ ਤੋਂ ਬਾਹਰ ਵੀ, ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ 'ਚ ਪੜ੍ਹਾਈ ਜਾ ਰਹੀ ਹੈ ਸਰ, ਮੱਧ ਪ੍ਰਦੇਸ਼ 'ਚ ਪੜ੍ਹਾਈ ਜਾ ਰਹੀ ਹੈ। ਹੁਣ ਜਿਹੜੇ ਬੱਚੇ ਸਰ ਉਹਨਾਂ ਦੀ ਆਪਣੀ ਜੋ ਮਾਤ ਭਾਸ਼ਾ ਹੈ ਜਾਂ ਹਿੰਦੀ ਹੈ, ਉਹਦਾ ਬੜਾ ਹੀ ਪ੍ਰਭਾਵ ਹੁੰਦਾ, ਤੇ ਅਸੀਂ ਪੰਜਾਬੀ ਉਹਨਾਂ ਦੀ ਉਚਾਰਨ ਸ਼ੁੱਧ ਹੋਵੇ, ਚੰਗੀ ਪੰਜਾਬੀ ਮਤਲਬ ਜੋ ਸੁਣਦੇ ਆ ਉਸ ਨੂੰ ਬੋਲ ਸਕਣ, ਉਹਦੇ ਵਿੱਚ ਸੁਧਾਰ ਕਰ ਸਕਣ। ਸਰ ਇਹਦੇ ਲਈ ਕਿਹੜੀ ਕੋਈ ਵਿਧੀ ਹੋ ਸਕਦੀ ਹੈ ਸਰ? ਹਾਂ ਬਿਲਕੁਲ, ਬਹੁਤ ਹੀ ਤੁਸੀਂ ਇਹ ਮਹੱਤਵਪੂਰਨ ਵਿਸ਼ਾ ਉਠਾਇਆ ਹੈਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਿਛਲੇ ਸਮੇਂ ਦੇ ਵਿੱਚ ਸਰਬ ਭਾਰਤੀ ਪੰਜਾਬੀ ਕਾਨਫਰੰਸਾਂ ਕੀਤੀਆਂ ਸੀ। ਸਾਨੂੰ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਧੰਨਵਾਦ, ਕਲਕੱਤਾ, ਫਿਰ ਗਵਾਲੀਅਰ ਵਗੈਰਾ, ਫਿਰ ਅਹਿਮਦਾਬਾਦ, ਫਿਰ ਇਸੇ ਤਰ੍ਹਾਂ ਹੀ ਉੱਤਰਾਖੰਡ ਦੇ ਵਿੱਚ ਦੇਹਰਾਦੂਨ ਦੇ ਆਪਦੇ ਆਲੇ ਦੁਆਲੇ ਦੇ ਇਲਾਕੇ। ਦੋ ਤਿੰਨ ਗੱਲਾਂ ਸਪਸ਼ਟ ਹੋਣ ਦੀ ਜ਼ਰੂਰਤ ਆ। ਪਹਿਲੀ ਗੱਲ ਤਾਂ ਇਸ ਗੱਲ ਬਾਰੇ ਸਪਸ਼ਟ ਹੋਣ ਦੀ ਜ਼ਰੂਰਤ ਆ ਕਿ ਸਾਨੂੰ ਸਿਰਫ ਇੱਕ ਟਕਸਾਲੀ ਸਹੀ ਉਚਾਰਨ ਤੇ ਜ਼ੋਰ ਤਾਂ ਦੇਣਾ ਚਾਹੀਦਾ ਤਾਂ ਜੋ ਸਾਰਾ ਪੰਜਾਬੀ ਭਾਈਚਾਰਾ ਇੱਕੋ ਤਰ੍ਹਾਂ ਦੀ ਭਾਸ਼ਾ ਬੋਲੇ, ਇੱਕ ਦੂਸਰੇ ਦਾ ਸੰਚਾਰ ਹੋ ਸਕੇ, ਖਬਰਾਂ ਇੱਕ ਦੂਸਰੇ ਦੀਆਂ ਸੁਣ ਸਕੀਏ, ਪੜ੍ਹ ਸਕੀਏ, ਇੱਕ ਦੂਸਰੇ ਨੂੰ ਸਮਝ ਸਕੀਏ। ਪਰ ਇਸ ਨੂੰ ਹੱਦੋਂ ਵੱਧ ਕੱਟੜਤਾ ਨਾਲ ਲਾਗੂ ਕਰਨਾ, ਦੂਸਰੇ ਦੇ ਉਚਾਰਨ ਦਾ ਮਖੌਲ ਉਡਾਉਣਾ ਜਾਂ ਦੂਸਰੇ ਬੰਦੇ ਨੂੰ ਠੀਕ ਨਾ ਸਮਝਣਾ, ਇਹ ਗੱਲ ਬਹੁਤ ਮਾੜੀ ਹੈ। ਉਹਦਾ ਮੈਂ ਇੱਕ ਉਦਾਹਰਨ ਦਿੰਦਾ ਕਿ ਜਿਸ ਤਰ੍ਹਾਂ ਇਸ ਸਮੇਂ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਬੰਦੇ ਇੱਥੇ ਮਜ਼ਦੂਰੀ ਕਰਨ ਆਉਂਦੇ ਆ, ਅਸੀਂ ਉਹਨਾਂ ਦੇ ਉਚਾਰਨ ਦਾ ਮਖੌਲ ਲਾਉਣੇ ਆ। ਸਾਡੇ ਜਿਹੜੇ ਕਮੇਡੀਅਨ ਨੇ ਉਹ ਉਹਨਾਂ ਦਾ ਮਖੌਲ ਲਾਉਂਦੇ ਨੇ, ਇਹ ਜੋਨਾ ਵੀ ਸਾਡਾ ਹੈ, ਮਸ਼ੀਨ ਵੀ ਸਾਡੀ ਹੈ, ਜ਼ਮੀਨ ਵੀ ਸਾਡੀ ਹੈ, ਇਸ ਤਰ੍ਹਾਂ ਕਰਕੇ ਅਸੀਂ ਉਹਨਾਂ ਦਾ ਮਖੌਲ ਲਾਉਣੇ ਆ। ਪਰ ਉਹਦੇ ਉਲਟ ਕੀ ਸਾਡਾ ਅੰਗਰੇਜ਼ੀ ਦਾ ਉਚਾਰਨ ਉਸੇ ਤਰ੍ਹਾਂ ਹੋ ਸਕਦਾ ਹੈਗਾ ਜਿਸ ਤਰ੍ਹਾਂ ਕਿ ਅੰਗਰੇਜ਼ ਲੋਕ ਬੋਲਦੇ ਆ? ਉਹ ਸਾਡਾ ਮਖੌਲ ਲਾਉਣਗੇ। ਅਸਲ ਵਿੱਚ ਤਾਂ ਇਹ ਕਿ ਸਾਨੂੰ ਜਿਹੜੇ ਇਲਾਕਾਈ ਉਚਾਰਨ ਵਿਭਿੰਨਤਾ ਹੈ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਪਹਿਲਾ ਪੜਾਅ ਤਾਂ ਇਹਦਾ ਇਹ ਆ। ਦੂਜਾ ਪੜਾਅ ਇਹਦਾ ਮਤਲਬ ਇਹ ਵੀ ਨਹੀਂ ਕਿ ਜਿਹੜੀ ਪੰਜਾਬੀ ਆ ਉਹ ਹਿੰਦੀ ਵਾਂਗ ਜਾਂ ਉਰਦੂ ਵਾਂਗ ਜਾਂ ਕਿਸੇ ਹੋਰ ਭਾਸ਼ਾ ਵਾਂਗ ਬੋਲੀ ਜਾਵੇ। ਜੇ ਪੰਜਾਬੀ ਆ ਤਾਂ ਉਹਦੀ ਵੱਖਰਤਾ ਵੀ ਹੋਣੀ ਚਾਹੀਦੀ ਹੈ। ਉਸ ਲਈ ਜਿਹੜੀ ਵਿਅਕਤੀ ਦੀ ਮਾਤ ਭਾਸ਼ਾ ਹੈ, ਮਾਤ ਭਾਸ਼ਾ ਤੋਂ ਭਾਵ ਕੇਵਲ ਮਾਂ ਦੀ ਭਾਸ਼ਾ ਨਹੀਂ, ਮਾਤ ਭਾਸ਼ਾ ਤੋਂ ਭਾਵ ਜਿਹੜੀ ਉਹਦੇ ਆਲੇ ਦੁਆਲੇ ਦੇ ਬਹੁ ਗਿਣਤੀ ਦੇ ਲੋਕਾਂ ਦੀ ਭਾਸ਼ਾ ਹੈਗੀ ਆ, ਉਸ ਭਾਸ਼ਾ ਦਾ ਉਸ ਤੇ ਅਸਰ ਤਾਂ ਹੋਵੇਗਾ ਹੀ ਹੋਵੇਗਾ। ਉਹ ਅਸਰ ਨੂੰ ਅਸੀਂ ਖੋਜ ਦੀ ਪੱਧਰ ਤੇ ਤਾਂ ਇਹ ਸਮਝਣਾ ਚਾਹੁੰਦੇ ਹਾਂ ਕਿ ਕਿਸ ਕਿਸਮ ਦਾ ਉਸ ਦੇ ਧੁਨੀ ਦੇ ਵਿੱਚ ਫਰਕ ਪੈਂਦਾ ਹੈ ਉਚਾਰਨ ਸਮੇਂ, ਉਹ ਕਿਉਂ ਅਜਿਹੇ ਵਾਕ ਉਹਦੇ ਵਿਆਕਰਨ ਦੇ ਉੱਤੇ ਅਸਰ ਕਿਵੇਂ ਹੁੰਦਾ। ਜਿਵੇਂ ਸਾਡੇ ਪੰਜਾਬੀ ਬੰਦੇ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਆ, ਉੱਥੇ ਮਤਲਬ ਕਿ ਉਹ ਇਹ ਕਹਿੰਦੇ ਆ ਕਿ ਜਿਹੜੇ ਛੋਟੇ ਛੋਟੇ ਬੱਚੇ ਆ ਕੇ ਕਹਿੰਦੇ ਆ ਕਿ ਬੇਟੇ ਕੀ ਲੈਣਾ, ਮੰਮੀ ਮੰਗਦਾ, ਮੈਂ ਮੰਮੀ ਨੂੰ ਮਿਲਣਾ ਜਾਂ ਮੰਮੀ ਮੇਰੀ ਕਿੱਥੇ ਹੈ ਕਹਿਣ ਦੀ ਬਜਾਏ ਕਹਿੰਦੇ ਕਿ ਮੈਂ ਮੰਮੀ ਮੰਗਦਾ। ਹੁਣ ਮੰਗਦਾ ਜਿਹੜਾ ਇਹ ਪੰਜਾਬੀ ਦਾ ਮੁਹਾਵਰਾ ਨਹੀਂ ਹੈ,
ਇਹ ਅੰਗਰੇਜ਼ੀ ਦੇ ਵਿੱਚ ਜਿਹੜਾ ਹੈਗਾ ਆਈ ਵਾਂਟ, ਇਹ ਉਹਦਾ ਜਿਹੜਾ ਪੰਜਾਬੀ ਅਨੁਵਾਦ ਆ। ਇਸੇ ਤਰ੍ਹਾਂ ਹੀ ਜਿਹੜੇ ਹਿੰਦੀ ਭਾਸ਼ੀ ਜਾਂ ਕੰਨੜ ਭਾਸ਼ੀ ਜਾਂ ਬੰਗਾਲੀ ਭਾਸ਼ਾ ਦੇ ਵਿੱਚ ਲੋਕ ਰਹਿੰਦੇ ਆ, ਉਹ ਜਦੋਂ ਪੰਜਾਬੀ ਸਿੱਖਦੇ ਆ ਤਾਂ ਉਹਨਾਂ ਦੇ ਵਿੱਚ ਵਿਆਕਰਣਕ ਪੱਧਰ ਤੇ, ਧੁਨੀਆਤਮਕ ਪੱਧਰ ਤੇ ਕਿਹੜੇ ਨਿਯਮਾਂ ਅਧੀਨ ਉਹ ਪੰਜਾਬੀ ਉਚਾਰਨ ਵਿੱਚ ਜਾਂ ਪੰਜਾਬੀ ਵਾਕ ਬਣਾਉਣ ਵਿੱਚ ਗਲਤੀਆਂ ਕਰਦੇ ਆ, ਪਹਿਲਾਂ ਸਾਨੂੰ ਉਹਨਾਂ ਨਿਯਮਾਂ ਦੀ ਤਲਾਸ਼ ਕਰਨੀ ਪਊਗੀ। ਸੱਚਮੁੱਚ ਹੀ ਇਕੱਲਾ ਕਹਿਰਾ ਜਿਹੜਾ ਅਧਿਆਪਕ ਆ ਉਹ ਸਾਰੇ ਕੰਮ ਨਹੀਂ ਕਰ ਸਕਦਾ ਕਿ ਨਾਲੇ ਉਹ ਪੜ੍ਹਾਵੇ ਵੀ ਤੇ ਨਾਲੇ ਉਹ ਖੋਜ ਵੀ ਕਰੇ ਤੇ ਨਾਲੇ ਫਿਰ ਉਹ ਨਿਯਮਾਂ ਨੂੰ ਲਾਗੂ ਵੀ ਕਰਵਾਵੇ। ਪਰ ਇਸ ਤੋਂ ਬਗੈਰ ਰਾਹ ਕੋਈ ਨਹੀਂ ਕਿ ਜਿਹੜੇ ਮੇਰੇ ਦੋਸਤ ਪੰਜਾਬ ਤੋਂ ਬਾਹਰ ਪੰਜਾਬੀ ਅਧਿਆਪਕ ਵਜੋਂ ਸੇਵਾ ਕਰ ਰਹੇ ਆ, ਉਹ ਹੀ ਸਥਾਨਕ ਹਾਲਤਾਂ ਅਨੁਸਾਰ ਇਸ ਚੀਜ਼ ਬਾਰੇ ਜਾਣ ਸਕਦੇ ਆ ਕਿ ਕਿੱਥੇ ਕਿਹੜੀ ਭਾਸ਼ਾ ਦਾ ਦਖਲ ਉਹਨਾਂ ਦੀ ਮਾਤ ਭਾਸ਼ਾ ਦੇ ਉਚਾਰਨ ਵਿੱਚ ਪੈ ਰਿਹਾ। ਉਸ ਦਖਲ ਦੇ ਨਿਯਮ ਹੁੰਦੇ ਆ ਕੁਝ, ਇਹ ਨਹੀਂ ਹੁੰਦਾ ਕਿ ਜਿਹੜਾ ਦਖਲ ਹੈਗਾ ਉਹ ਆਪ ਹੁਦਰਾ ਨਹੀਂ ਹੁੰਦਾ, ਉਹਦੇ ਕੁਝ ਨਿਯਮ ਹੁੰਦੇ ਆ। ਉਹ ਨਿਯਮ ਆ ਜਿਹੜੇ ਉਹ ਸੰਬੰਧਿਤ ਅਧਿਆਪਕ ਹੀ ਪਕੜ ਸਕਦਾ, ਫੜ ਸਕਦਾ, ਤੇ ਉਹਨਾਂ ਨਿਯਮਾਂ ਦੇ ਆਧਾਰ ਤੇ ਫਿਰ ਉਹ ਉਹਨਾਂ ਨੂੰ ਦੂਰ ਕਰਨ ਦੇ ਤਰੀਕੇ ਵੀ ਉਹ ਸਥਾਨਕ ਪੱਧਰ ਤੇ ਲੱਭ ਸਕਦਾ ਹੈਗਾ। ਹਾਂਜੀ, ਕੋਈ ਹੋਰ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੈਂ ਰਮਨਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੈਂ ਪੁਰਾਣਾ ਵਿਦਿਆਰਥੀ ਰਿਹਾ ਵਾਂ। ਠੀਕ ਹੈ। ਤੇ ਮੇਰਾ ਸਵਾਲ ਹੈਗਾ ਕਿ ਕਿਸੇ ਸਕੂਲ ਦੇ ਵਿੱਚ ਇੱਕ ਇਨਸਪੈਕਸ਼ਨ ਹੋ ਰਹੀ ਸੀ, ਤਾਂ ਮੈਡਮ ਕਿਰਿਆ ਵਿਸ਼ੇਸ਼ਣ ਜਿਹੜਾ ਵਿਸ਼ਾ ਹੈਗਾ ਉਹ ਪੜ੍ਹਾ ਰਹੇ ਸੀ। ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਨੂੰ ਸਟੋਰੀ ਟੈਲਿੰਗ ਮੈਥਡ ਨਾਲ ਪੜ੍ਹਾਓ। ਤਾਂ ਕੀ ਇਹ ਸੰਭਵ ਹੈ, ਜਾਂ ਹੈ ਤਾਂ ਉਹ ਕਿਵੇਂ ਇਹ ਹੋ ਸਕਦਾ? ਦੇਖੋ, ਗੱਲ ਇਹ ਹੈਗੀ ਆ ਕਿ ਸਟੋਰੀ ਟੈਲਿੰਗ ਦੇ ਵਿਧੀ ਦੇ ਨਾਲ ਵੀ ਜਿਹੜੀਆਂ ਕਿਰਿਆਵਾਂ ਦੀ ਜਾਂ ਕਿਰਿਆ ਵਿਸ਼ੇਸ਼ਣਾਂ ਦੀ ਜਾਣ ਪਛਾਣ ਕਰਵਾਈ ਜਾ ਸਕਦੀ ਹੈਗੀ। ਮਸਲਾ ਇਹ ਹੁੰਦਾ ਹੈ ਕਿ ਜਿਹੜੇ ਅਧਿਆਪਕਾਂ ਦੇ ਕੋਲ ਇੱਕ ਨਿਸ਼ਚਿਤ ਸਿਲੇਬਸ ਹੁੰਦਾ ਤੇ ਉਸ ਨਿਸ਼ਚਿਤ ਸਿਲੇਬਸ ਦੇ ਵਿੱਚ ਨਿਸ਼ਚਿਤ ਕਿਸਮ ਦੇ ਸਵਾਲ ਆਉਣੇ ਹੁੰਦੇ ਆ। ਉਹ ਜਿਹੜੀ ਉਹਨਾਂ ਦਾ ਕਾਰਗੁਜ਼ਾਰੀ ਹੈ, ਉਹਨਾਂ ਦੀ ਜਿਹੜੀ ਪ੍ਰੋਗਰੈਸ ਆ, ਉਹ ਉਸ ਇਵੈਲੂਏਸ਼ਨ ਸਿਸਟਮ ਦੇ ਉੱਤੇ ਟਿਕੀ ਹੋਣ ਕਰਕੇ ਉਹਨਾਂ ਦੇ ਖੁਦ ਅੰਦਰ, ਜਿਹੜੀ ਮੈਂ ਆਰੰਭ ਦੇ ਵਿੱਚ ਗੱਲ ਆਖੀ ਸੀ ਕਿ ਅਧਿਆਪਨ ਆ ਜਿਹੜਾ ਇੱਕ ਸਿਰਜਣਾਤਮਕ ਅਮਲ ਆ, ਇਹ ਇੱਕ ਕ੍ਰੀਏਟਿਵ ਪ੍ਰੋਸੈਸ ਆ, ਉਸ ਕ੍ਰੀਏਟਿਵ ਪ੍ਰੋਸੈਸ ਤੇ ਰੋਕ ਲੱਗ ਜਾਂਦੀ ਆ। ਅਚਾਨਕ ਕਿਸੇ ਅਧਿਆਪਕ ਨੂੰ ਆਖ ਦਿਓ ਕਿ ਤੂੰ ਸਟੋਰੀ ਟੈਲਿੰਗ ਦੇ ਵਿਧੀ ਦੇ ਨਾਲ ਪੜ੍ਹਾ, ਤੇ ਉਹ ਨਹੀਂ ਪੜ੍ਹਾ ਸਕੇਗਾ। ਪਰ ਜੇ ਉਸ ਦੇ ਕੋਲ ਸੁਤੰਤਰਤਾ ਹੋਵੇ, ਜੇ ਉਸਦਾ ਆਪ ਦਾ ਜੀ ਕਰਦਾ ਹੋਵੇ, ਤਾਂ ਉਹ ਫਿਰ ਉਸ ਨੂੰ ਕਿਰਿਆ ਵਿਸ਼ੇਸ਼ਣ ਨੂੰ ਦੱਸ ਸਕਦਾ ਹੈ। ਜਿਵੇਂ ਮਤਲਬ ਕਿ ਮੰਨ ਲਓ ਆਪਾਂ ਐਵੇਂ ਹੁਣ ਇਹਦੀ ਤੁਸੀਂ ਇੱਕ ਕਿਹਾ ਕਿ ਕਿਰਿਆ ਵਿਸ਼ੇਸ਼ਣ ਪੜ੍ਹਾਉਣੀ ਆ, ਤਾਂ ਜੇ ਅਧਿਆਪਕ ਕ੍ਰੀਏਟਿਵ ਆ ਤਾਂ ਉਹ ਇੱਕ ਕਹਾਣੀ ਬੁਣੇਗਾ ਕਿ ਜੇ ਪਹਾੜਾਂ ਦੇ ਇਲਾਕੇ ਵਿੱਚ ਰਹਿੰਦਾ ਹੈ ਕਿ ਪਹਾੜ ਦੇ ਉੱਤੇ ਕੱਲ ਤੇਰੀ ਨਾਨੀ ਹੌਲੀ ਹੌਲੀ ਉੱਪਰ ਚੜ੍ਹਦੀ ਜਾਂਦੀ ਸੀ, ਤੇ ਫਿਰ ਉਹ ਕਹੂਗਾ ਕਿ ਭਾਈ ਹੌਲੀ ਹੌਲੀ ਇਹ ਕੀ ਆ? ਉੱਪਰ ਚੜ੍ਹਦੀ ਜਾਂਦੀ ਸੀ। ਚੜ੍ਹਦੀ ਕੀ ਆ? ਕਿਰਿਆ। ਹੌਲੀ ਹੌਲੀ ਇਹ ਕੀ ਹੈਗੀ ਆ? ਇਹ ਉਸ ਕਿਰਿਆ ਦਾ ਵਿਸ਼ੇਸ਼ਣ ਆ। ਇਹਦੇ ਉਲਟ ਕੀ ਹੋਊਗਾ? ਇੱਕ ਛੋਟੀ ਕੁੜੀ ਜਿਹੜੀ ਉਮਰ 'ਚ ਛੋਟੀ ਸੀ, ਬੜੀ ਤੇਜ਼ੀ ਨਾਲ ਚੜ੍ਹਦੀ ਜਾਂਦੀ ਸੀ। ਇਹ ਤੇਜ਼ੀ ਕੀ ਆ? ਇਹ ਤੇਜ਼ੀ ਵੀ ਕਿਰਿਆ ਵਿਸ਼ੇਸ਼ਣ ਆ। ਇਉਂ ਕਰਕੇ ਉਹ ਉਸ ਨੂੰ ਸਟੋਰੀ ਟੈਲਿੰਗ ਦੇ ਵਿੱਚ ਢਾਲ ਸਕਦਾ। ਪਰ ਹਰ ਅਧਿਆਪਕ ਵਿੱਚ ਹਰ ਸਮੇਂ ਇਹ ਸਮਰੱਥਾ ਹੋਵੇ ਕਿ ਉਧਰੋਂ ਐਗਜ਼ਾਮੀਨਰ ਜਾਂ ਉਹਦਾ ਜਿਹੜਾ ਇਨਸਪੈਕਸ਼ਨ ਟੀਮ ਆਈ ਹੋਵੇ ਤੇ ਅਚਾਨਕ ਕਹੇ ਕਿ ਤੂੰ ਅਧਿਆਪਕ ਨੂੰ ਕਹੇ ਕਿ ਤੂੰ ਐਂ ਕਰਕੇ ਦਿਖਾ। ਹੋ ਸਕਦਾ ਅਧਿਆਪਕ ਕੋਲ ਮੌਕੇ ਸਿਰ ਸਹੀ ਕਹਾਣੀ ਨਾ ਬਣ ਸਕਦੀ ਹੋਵੇ, ਹੋ ਸਕਦਾ ਅਧਿਆਪਕ ਆ ਜਿਹੜਾ ਉਸ ਸਮੇਂ ਮਾਨਸਿਕ ਤੌਰ ਤੇ ਇਸ ਲਈ ਤਿਆਰ ਨਾ ਹੋਵੇ। ਸੋ ਹੈ ਇਹ ਅਧਿਆਪਨ ਆ ਜਿਹੜਾ ਸਿਰਜਣਾਤਮਕ ਅਮਲ ਆ, ਪਰ ਇਹ ਸਿਰਜਣਾਤਮਕ ਅਮਲ ਆ ਜਿਹੜਾ ਇੱਕ ਸਮਾਂ ਵੀ ਮੰਗਦਾ ਹੈ। ਤਾਂ ਉਹ ਸਮਾਂ ਜੇ ਅਧਿਆਪਕ ਨੂੰ ਦਿੱਤਾ ਜਾਵੇ ਤਾਂ ਉਹ ਨਵੀਆਂ ਵਿਧੀਆਂ ਦੀ ਜ਼ਰੂਰ ਤਲਾਸ਼ ਕਰ ਸਕਦਾ ਹੈ, ਨਵੀਆਂ ਵਿਧੀਆਂ ਦਾ ਵਿਕਾਸ ਕਰ ਸਕਦਾ ਹੈ, ਤਾਂ ਉਹਨਾਂ ਵਿਧੀਆਂ ਨੂੰ ਆਪਣੇ ਵਿਦਿਆਰਥੀਆਂ ਦੇ ਉੱਤੇ ਲਾਗੂ ਕਰ ਸਕਦਾ ਹੈ। ਬਹੁਤ ਬਹੁਤ ਧੰਨਵਾਦ ਸਰ। ਹਾਂਜੀ, ਕੋਈ ਹੋਰ ਪ੍ਰਸ਼ਨ ਨਹੀਂ, ਅਸਲ ਦੇ ਵਿੱਚ ਇਹ ਗੱਲਬਾਤ ਹੈਗੀ ਆ, ਆਪਣਾ ਸੰਵਾਦ ਆ। ਕੁਝ ਤੁਹਾਡੇ ਕੋਲ ਆਪਦਾ ਐਕਸਪੀਰੀਅੰਸ ਆ, ਤਜਰਬਾ ਹੈ,
ਜਿਹੜਾ ਤੁਸੀਂ ਸਾਂਝਾ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਤੁਸੀਂ ਇਸ ਤਰ੍ਹਾਂ ਹੀ ਕੋਈ ਪਾਰਟਿਕੂਲਰ ਪ੍ਰਸ਼ਨ ਹੀ ਪੁੱਛਣਾ ਹੁੰਦਾ। ਬਹੁਤ ਵਾਰੀ ਤੁਹਾਡੇ ਕੋਲੇ ਆਪਣਾ ਇੱਕ ਐਕਸਪੀਰੀਅੰਸ ਹੁੰਦਾ। ਇਸ ਕਿਸਮ ਦੇ ਜਿਹੜੇ ਕੋਰਸ ਆ ਉਹ ਅਸਲ ਦੇ ਵਿੱਚ ਜਾਂ ਵਰਕਸ਼ਾਪਾਂ ਹੁੰਦੀਆਂ ਉਹ ਰਲ ਮਿਲ ਕੇ ਲਾਈਆਂ ਜਾਂਦੀਆਂ ਕਿ ਜਿਹਦੇ ਵਿੱਚੋਂ ਕੁਝ ਨਵੀਆਂ ਗੱਲਾਂ ਆਉਂਦੀਆਂ, ਕੁਝ ਨਵੇਂ ਪੁਆਇੰਟ ਆਉਂਦੇ ਆ ਕਿ ਜਿਹੜੇ ਭਵਿੱਖ ਦੇ ਵਿੱਚ ਜਦੋਂ ਅਸੀਂ ਆਪਣੀ ਸਿੱਖਿਆ ਨੀਤੀਆਂ ਨੂੰ ਸੁਧਾਰਨਾ ਹੈ ਜਾਂ ਜਦੋਂ ਅਸੀਂ ਐਵੈਲੂਏਸ਼ਨ ਦੇ ਨਵੇਂ ਮੈਥਡ ਕੱਢਣੇ ਆ, ਉਹਨਾਂ ਦੇ ਵਿੱਚ ਉਹਨਾਂ ਦੀ ਫਿਰ ਯੋਗ ਵਰਤੋਂ ਹੋ ਸਕੇ। ਅਜਿਹੇ ਕੋਰਸ ਜਾਂ ਅਜਿਹੇ ਜਿਹੜੇ ਪ੍ਰੋਗਰਾਮ ਆ ਇਸੇ ਕਰਕੇ ਆਯੋਜਿਤ ਕੀਤੇ ਜਾਂਦੇ ਆ। ਜੇ ਕਿਸੇ ਕੋਲ ਕੋਈ ਪ੍ਰਸ਼ਨ ਨਹੀਂ ਪਰ ਉਹਦੇ ਕੋਲ ਆਪਣਾ ਤਜਰਬਾ, ਆਪਣਾ ਐਕਸਪੀਰੀਅੰਸ ਆ, ਉਹ ਸਾਂਝਾ ਕਰੋ। ਉਹ ਮੇਰੇ ਲਈ ਨਹੀਂ ਕੇਵਲ ਕੰਮਕਾਰੀ ਹੋਊਗਾ, ਉਹ ਸਗੋਂ ਜਿਹੜੇ ਤੁਹਾਡੇ ਅਧਿਆਪਕ, ਦੂਸਰੇ ਅਧਿਆਪਕ ਸਾਥੀ ਆ, ਉਹਨਾਂ ਲਈ ਵੀ ਮੁੱਲਵਾਨ ਹੋਵੇਗਾ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਸਰ ਜੀ। ਹਰਿੰਦਰਜੀਤ ਸਿੰਘ ਬੋਲ ਰਿਹਾ ਜੀ ਮੈਂ। ਹਾਂਜੀ ਸਰ, ਜਦੋਂ ਅਸੀਂ ਪੜ੍ਹੇ ਸੀਗੇ ਯਾਨੀ 5ਵੀਂ 6ਵੀਂ ਦੇ ਵਿੱਚ, ਉਦੋਂ ਵੀ ਉਹੀ ਕਿਤਾਬਾਂ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ, ਉਹੀ ਕਥਾ ਕਹਾਣੀਆਂ ਸੀ। ਅੱਜ ਵੀ ਉਹੀ ਕੁਝ ਆ। ਮੈਨੂੰ ਲੱਗਦਾ ਵੀ ਇਹ ਕੁਝ ਬਦਲਾਅ ਚਾਹੀਦਾ ਇਹਦੇ ਵਿੱਚ ਕਾਫੀ ਜ਼ਿਆਦਾ। ਇਹ ਇਦਾਂ ਵੀ ਕਿੰਨੇ ਵੱਡੇ ਵਿਦਵਾਨ ਤਿਆਰ ਕਰਦੇ ਨੇ ਕਿਤਾਬਾਂ, ਕਿਉਂ ਨਾ ਉਹਨਾਂ ਤੋਂ ਹੋਰ ਨਵੇਂ ਤਰੀਕੇ ਦਾ ਉਹਨਾਂ ਨੂੰ ਇਹ ਚੀਜ਼ਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਜਿਹਦੇ ਨਾਲ ਨਵਾਂ ਜੋ ਅੱਜ ਦਾ ਯੁੱਗ ਚੱਲ ਰਿਹਾ ਉਹਦੇ ਹਿਸਾਬ ਨਾਲ ਆਪਣੀ ਜਿਹੜੀ ਵਿੱਦਿਆ ਬਰਾਬਰ ਚੱਲ ਸਕੇ। ਬਿਲਕੁਲ, ਤੁਹਾਡਾ ਸੁਝਾਅ ਸਹੀ ਹੈਗਾ। ਔਸਤਨ ਆਮ ਕਰਕੇ 3 ਸਾਲਾਂ ਬਾਅਦ ਜਿਹੜੀਆਂ ਕਿਤਾਬਾਂ ਹੈਗੀਆਂ ਉਹਨਾਂ ਨੂੰ ਸੋਧਿਆ ਜਾਂ ਸੁਧਾਰਿਆ ਜਾਂਦਾ ਹੈਗਾ। ਇੱਕ 2-3 ਗੱਲਾਂ ਇਹਦੇ ਬਾਰੇ ਸਪਸ਼ਟ ਹੋਣ ਦੀ ਜ਼ਰੂਰਤ ਆ। ਪਹਿਲੀ ਗੱਲ ਤੇ ਇਹ ਕਿ ਜਿਹੜਾ ਹਰ ਸਾਲ ਸੋਧਿਆ ਜਾਂ ਸੁਧਾਰਿਆ ਜਾਣਾ ਸੰਭਵ ਨਹੀਂ ਹੁੰਦਾ, ਕਿਉਂਕਿ ਵੱਡੀ ਪੱਧਰ ਤੇ ਇਹਦੀ ਪ੍ਰਿੰਟਿੰਗ ਹੋਣੀ ਹੁੰਦੀ ਹੈ, ਅੱਗੇ ਉਹਦਾ ਵਿਤਰਨ ਹੋਣਾ ਹੁੰਦਾ। ਇਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਸ਼ਕਤੀ ਤੇ ਪੈਸਾ ਇਨਵੋਲਵ ਹੁੰਦਾ, ਇਸ ਲਈ ਹਰ ਸਾਲ ਇਹ ਸੰਭਵ ਨਹੀਂ ਹੁੰਦਾ। ਔਸਤਨ ਇਹ 3 ਸਾਲਾਂ ਬਾਅਦ ਇਹ ਕੰਮ ਕੀਤਾ ਜਾਂਦਾ ਜਾਂ ਕੀਤਾ ਜਾਣਾ ਚਾਹੀਦਾ। ਦੂਜੀ ਗੱਲ, ਕਈ ਵਾਰੀ ਕਿਹਾ ਜਾਂਦਾ ਹੈਗਾ ਕਿ ਬਹੁਤ ਕੁਝ ਆ ਜਿਹੜਾ ਉਹ ਪੁਰਾਣਾ ਹੀ ਪੜ੍ਹਾਇਆ ਜਾਂਦਾ। ਦੇਖੋ, ਜੇ ਹੁਣ ਮੱਧਕਾਲੀ ਸਾਹਿਤ ਦੇ ਵਿੱਚ ਤਾਂ ਬਾਬਾ ਫਰੀਦ ਜਾਂ ਨਾਨਕ ਪਾਤਸ਼ਾਹ ਜਾਂ ਵਾਰਿਸ ਸ਼ਾਹ ਜਾਂ ਬੁੱਲੇ ਸ਼ਾਹ ਹੀ ਪੜ੍ਹਾਏ ਜਾਣਗੇ, ਉਹ ਤਾਂ ਹੁਣ ਅਬਦਲ ਰਹਿਣੇ ਨੇ। ਜਿੱਥੋਂ ਤੱਕ ਹੈਗਾ ਸਮਕਾਲੀ ਸਾਹਿਤ, ਸਮਕਾਲੀ ਸਾਹਿਤ ਦੇ ਵਿੱਚ ਜਿਹੜੀਆਂ ਨਵੀਆਂ ਸਮਕਾਲੀ ਸਮੱਸਿਆਵਾਂ ਹੁੰਦੀਆਂ ਨੇ, ਨਵੀਆਂ ਕੋਈ ਸਾਡੇ ਸਾਹਮਣੇ ਸਮੱਸਿਆਵਾਂ ਆਉਂਦੀਆਂ, ਉਹਨਾਂ ਨੂੰ ਪਾਇਆ ਤਾਂ ਜਾਂਦਾ ਹੈ, ਇਨਕੋਰਪੋਰੇਟ ਤਾਂ ਕੀਤਾ ਜਾਂਦਾ ਹੈ, ਪਰ ਕਈ ਵਾਰ ਕੀ ਹੁੰਦਾ ਹੈ ਕਿ ਉਹਦੇ ਲਈ ਜਾਂ ਸਮਾਂ ਜ਼ਿਆਦਾ ਲੱਗ ਜਾਂਦਾ ਹੈ। ਜਿਵੇਂ ਹੁਣ ਤੁਸੀਂ ਵੇਖਿਆ ਹੋਣਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਹੈ ਕਿ ਗ੍ਰੀਨ ਦਾ ਬੁੱਕਸ, ਕਿ ਕਿਤਾਬਾਂ ਨੂੰ ਹਰੀਆਂ ਕਰੋ। ਹਰੀਆਂ ਕਰਨ ਤੋਂ ਭਾਵ ਪੰਜਾਬੀ ਦੀ ਜਦੋਂ ਅਰਥ ਹੋਰ ਹੋ ਜਾਂਦਾ ਹੈ, ਇਹਦਾ ਭਾਵ ਇਹ ਸੀ ਕਿ ਵਾਤਾਵਰਨ ਪ੍ਰਦੂਸ਼ਣ ਬਾਰੇ ਤੁਸੀਂ ਪਾਠ ਪਾਓ। ਨਿਸ਼ਚੇ ਹੀ ਅੱਜ ਕੱਲ੍ਹ ਮੇਰਾ ਖਿਆਲ ਕੋਈ ਕਿਤਾਬ ਨਹੀਂ ਹੋਣੀ ਜਿਹਦੇ ਵਿੱਚ 1 ਜਾਂ 2 ਜਿਹੜੇ ਇਸ ਵਿਸ਼ੇ ਦੇ ਉੱਤੇ, ਇਸ ਟੌਪਿਕ ਦੇ ਉੱਤੇ ਨਾ ਲੇਖ ਜਾਂ ਕੋਈ ਕਹਾਣੀ ਜਾਂ ਕੋਈ ਕਵਿਤਾ ਨਾ ਪਾਈ ਹੋਵੇ। ਬਦਲਦਾ ਰਹਿੰਦਾ ਹੈ, ਪਰ ਕਈ ਸਮੱਸਿਆਵਾਂ ਇਸ ਕਿਸਮ ਦੇ ਵੀ ਹੁੰਦੀਆਂ ਕਿ ਜਿਹੜਾ ਸਮਕਾਲੀ ਸਾਹਿਤਕਾਰ ਆ ਉਹਨੂੰ ਜਦੋਂ ਸਿਲੇਬਸ ਦੇ ਵਿੱਚ ਲਾਉਣਾ ਹੈ ਤੇ ਉਦੋਂ ਬਹੁਤ ਕੁਝ ਵੇਖਣਾ ਪੈਂਦਾ। ਇੱਕ ਪੁਰਾਣਾ ਨਿਯਮ ਹੁੰਦਾ ਸੀ ਕਿ ਸਿਰਫ ਉਹਨਾਂ ਸਾਹਿਤਕਾਰਾਂ ਨੂੰ ਹੀ ਲਾਓ ਕਿ ਜਿਹੜੇ ਸਾਹਿਤਕਾਰ ਆ ਜਿਹੜੇ ਉਹ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਹਦੇ ਪਿੱਛੇ ਕਾਰਨ ਇਹ ਹੁੰਦਾ ਸੀਗਾ ਕਿ ਕਿਸੇ ਵਿਦਿਆਰਥੀਆਂ ਦੇ ਲਈ ਉਹ ਹੀਰੋ ਹੁੰਦੇ ਆ, ਨਾਇਕ ਹੁੰਦੇ ਆ। ਮੰਨ ਲਓ ਜਿਉਂਦੇ ਜੀ ਉਹਨਾਂ ਦੀ ਜੀਵਨ ਦੀ ਕੋਈ ਹੋਰ ਘਟਨਾ ਬਹੁਤ ਮਾੜੀ ਵਾਪਰ ਜਾਂਦੀ ਹੈ ਤੇ ਜਿਹਦੇ ਨਾਲ ਉਹਨਾਂ ਦਾ ਅਕਸ ਧੁੰਦਲਾ ਹੋ ਜਾਂਦਾ ਹੈ। ਇਸ ਕਰਕੇ ਸੋਚਿਆ ਜਾਂਦਾ ਸੀ ਕਿ ਸਮਕਾਲੀ ਸਿੱਕੇਬੰਦ, ਪਰ ਜਿਨ੍ਹਾਂ ਦੇ ਬਾਰੇ ਇਹ ਹੋ ਜੇ ਕਿ ਉਹਨਾਂ ਨੂੰ ਸਾਰੇ ਲੋਕ ਪ੍ਰਵਾਨ ਕਰਨ, ਉਹੀ ਸਾਹਿਤਕਾਰਾਂ ਦੀਆਂ ਸਾਹਿਤਕ ਰਚਨਾਵਾਂ ਲਾਈਆਂ ਜਾਣ। ਤੋ ਇਸ ਕਿਸਮ ਦੀਆਂ ਕਈ ਸਮੱਸਿਆਵਾਂ ਹੁੰਦੀਆਂ। ਵੈਸੇ ਤੁਹਾਡੀ ਇਹ ਗੱਲ ਸਹੀ ਆ ਕਿ ਇਹ ਨਿਰੰਤਰ ਜਿਹੜੀਆਂ ਪਾਠ ਪੁਸਤਕਾਂ ਉਹਨਾਂ ਦੀ ਸੁਧਾਈ ਹੁੰਦੀ ਰਹਿਣੀ ਚਾਹੀਦੀ ਆ, ਪਰ ਇਸ ਸਮੇਂ ਕਿ ਜਿਹੜੀ ਕਹਿ ਸਕਦੇ ਹਾਂ ਦੁੱਖ ਦੀ ਗੱਲ ਇਹ ਆ ਕਿ ਜਿਹੜਾ ਸਾਡਾ ਜ਼ਿਆਦਾ ਜ਼ੋਰ ਆ ਉਹ ਟੀਚੇ ਨਿਰਧਾਰਿਤ ਕਰਨ ਤੇ ਉਹਨਾਂ ਨੂੰ ਅੰਕੜਿਆਂ ਦੇ ਵਿੱਚ ਪ੍ਰਾਪਤ ਕਰਨ ਤੇ ਲੱਗਿਆ ਹੋਇਆ। ਗਰਾਊਂਡ ਪੱਧਰ ਤੇ ਜਿੱਥੇ ਬਹੁਤ ਸਿਰ ਸੁੱਟ ਕੇ ਕੰਮ ਕਰਨ ਦੀ ਜ਼ਰੂਰਤ ਆ, ਕਿਉਂਕਿ ਜਿਵੇਂ ਕਿਹਾ ਕਿ 3 ਸਾਲਾਂ ਬਾਅਦ ਕਿਤਾਬ ਬਦਲਣੀ ਆ, ਤਾਂ ਅਸਲ ਦੇ ਵਿੱਚ 3 ਸਾਲ ਇਹ ਨਹੀਂ ਹੁੰਦਾ ਕਿ ਜਿਹੜਾ ਇਹਨਾਂ ਕਿਤਾਬਾਂ ਨੂੰ ਬਦਲਣ ਵਾਲੇ ਵਿਅਕਤੀ ਨੇ, ਸੈੱਲ ਨੇ ਜਿਹੜੇ ਉਸ ਦੇ ਵਿੱਚ ਕੰਮ ਕਰਨ ਵਾਲੇ ਮਾਹਰ, ਉਹ 3 ਸਾਲ ਬੈਠੇ ਰਹਿਣ। ਉਹ 3 ਸਾਲ ਨਿਰੰਤਰ ਉਹ ਕਾਰਜ ਕਰਦੇ ਰਹਿਣ, ਪਰ ਵਿਦਿਆਰਥੀਆਂ ਤੱਕ ਤਬਦੀਲੀ 3-3 ਸਾਲਾਂ ਬਾਅਦ ਪੁੱਜਣੀ ਚਾਹੀਦੀ ਆ। ਪਰ ਜੇ ਹੁਣ ਮਤਲਬ ਕਿ ਭਰਤੀਆਂ ਹੀ ਨਹੀਂ ਹੋ ਰਹੀਆਂ, ਜੇ ਮਤਲਬ ਕਿ ਉੱਥੇ ਯੋਗ ਬੰਦੇ ਹੀ ਨਹੀਂ ਰੱਖੇ ਜਾ ਰਹੇ, ਤਾਂ ਨਿਰੰਤਰ ਜਿਹੜੇ ਬੰਦਿਆਂ ਦਾ ਇਸ ਖੇਤਰ ਵਿੱਚ ਤਜਰਬਾ ਹੈ ਉਹਨਾਂ ਤੋਂ ਕੰਮ ਨਹੀਂ ਲਿਆ ਜਾ ਰਿਹਾ,
ਤੇ ਫਿਰ ਅਚਾਨਕ ਇੱਕੋ ਦਿਨ ਹੀ ਕਹਿ ਦਿੱਤਾ ਜਾਵੇ ਕਿ ਕੱਲ ਨੂੰ ਕਿਤਾਬਾਂ ਦੇ ਵਿੱਚ ਨਵਾਂ ਕੁਝ ਪਾਉਣਾ ਹੈ, ਨਵਾਂ ਕੁਝ ਸਿਰਜਣਾ ਹੈ, ਤੇ ਉਹ ਕਿੱਥੋਂ ਸਿਰਜ ਦੇਣਗੇ? ਇਹ ਨਿਰੰਤਰ ਸਿੱਖਿਆ ਦੇ ਬਾਰੇ ਜਿਹੜੀ ਸਭ ਤੋਂ ਮਾੜੀ ਗੱਲ ਵਾਪਰ ਰਹੀ ਆ ਕਿ ਸਿੱਖਿਆ ਜਿਹੜੀ ਉਹ ਲੰਮੇ ਦਾਅ ਦੀ ਖੇਡ ਹੈਗੀ ਹੈ, ਕਿ ਸਿੱਖਿਆ ਦੇ ਵਿੱਚ ਜੋ ਕੁਝ ਅੱਜ ਪਰਿਵਰਤਨ ਆਉਣੇ ਆ ਇਹਨੇ ਸਾਡੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਨਾ ਹੈ, ਪਰ ਇਹਦੇ ਵੱਲ ਸਾਡਾ ਸਭ ਤੋਂ ਘੱਟ ਧਿਆਨ ਆ, ਕਿਉਂਕਿ ਜੇ ਇੱਕ ਪੁਲ ਬਣਾ ਦਿੱਤਾ ਜਾਵੇ ਤਾਂ ਤੁਰੰਤ ਦਿਖਣ ਲੱਗ ਪੈਂਦਾ ਤੇ ਆਉਣ ਵਾਲੇ ਮੈਨੀਫੈਸਟੋ ਦੇ ਵਿੱਚ ਸ਼ਾਮਲ ਹੋ ਸਕਦਾ ਹੈ, ਤੇ ਉਹ ਤੁਰੰਤ ਹੀ ਕਿਸੇ ਸਿਆਸੀ ਪਾਰਟੀ ਦੇ ਲਈ ਉਹ ਬੱਲੇ ਬੱਲੇ ਵਾਹ ਵਾਹ ਦਾ ਕਾਰਨ ਬਣ ਸਕਦਾ ਹੈ। ਪਰ ਨੀਆਂ ਮਜ਼ਬੂਤ ਕਰਨ ਲਈ ਕਿੰਨੀਆਂ ਪਾਠ ਪੁਸਤਕਾਂ ਸੋਧੀਆਂ, ਕਿੰਨੀਆਂ ਵਧੀਆ ਬਣਾਤੀਆਂ, ਇਹ ਗੱਲ ਕਿਸੇ ਕੋਟੀ ਵਿੱਚ ਨਹੀਂ ਆਉਂਦੀ। ਇਸ ਕਰਕੇ ਜਿਹੜੇ ਸਿਆਸਤਦਾਨ ਹੁੰਦੇ ਆ ਉਹਨਾਂ ਦਾ ਧਿਆਨ ਨਹੀਂ ਜਾਂਦਾ। ਇਹ ਧਿਆਨ ਸਾਨੂੰ ਸਿੱਖਿਆ ਦੇ ਨਾਲ ਜੁੜੇ ਹੋਏ ਲੋਕਾਂ ਨੂੰ, ਸਿੱਖਿਆ ਸ਼ਾਸਤਰੀਆਂ ਨੂੰ ਹੀ ਦੇਣਾ ਪਵੇਗਾ ਕਿ ਕਿਵੇਂ ਅਸੀਂ ਆਪਣੇ ਸਿਲੇਬਸ ਨੂੰ, ਆਪਣੇ ਪਾਠਕ੍ਰਮ ਨੂੰ ਨਿਰੰਤਰ ਅਪਡੇਟ ਕਰਦੇ ਰਹਿੰਦੇ। ਸਰ ਮੈਂ ਜਗਰੂਪ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਮੇਰੇ ਕੋਲ ਇਸ ਸਮੇਂ ਤੁਹਾਡੀ ਕਿਤਾਬ ਲਿਖੀ ਹੋਈ ਪਈ ਹੈ, ਦਾਨਿਸ਼ਮੰਦ ਦਰਵੇਸ਼, ਤੁਸੀਂ ਸ਼ਾਇਦ ਪਿੱਛੇ ਹੀ ਲਿਖੀ ਸੀ। ਸਰ ਮੈਂ ਉਹਦੇ ਵਿੱਚ ਤੁਹਾਨੂੰ ਇੱਕ ਸੁਝਾਅ ਵੀ ਦਿੱਤਾ ਸੀ, ਤੁਹਾਡੇ WhatsApp ਤੇ ਮੈਂ ਸੈਂਡ ਵੀ ਕੀਤਾ ਸੀ ਕਿ ਇੱਕ ਤਾਂ ਸਰ ਉਹਦੇ ਵਿੱਚ ਕੁਝ ਜਿਹੜੇ ਅਸੀਂ ਬੜੇ ਅੱਛੀਆਂ ਸ਼ਖਸੀਅਤਾਂ ਸੀ ਉਹਨਾਂ ਦੀ ਤੁਸੀਂ ਪਿਕਚਰ ਨਹੀਂ ਦਿੱਤੀ ਸੀ। ਮੈਂ ਵੈਸੇ ਮੇਰੇ ਕੋਲ ਇੱਕ ਸੁਝਾਅ ਸੀ ਇਹ ਤੁਹਾਨੂੰ। ਸਰ ਮੈਂ ਵੈਸੇ ਫਰੀਦਕੋਟ ਤੋਂ ਬਿਲੋਂਗ ਕਰਦਾ ਜੀ, ਤੇ ਇਸ ਸਮੇਂ ਮੈਂ ਜਵਾਹਰ ਨਵੋਦਿਆ ਵਿਦਿਆਲਿਆ ਪੰਡੋ ਮੰਡੀ ਵਿਖੇ ਕੰਮ ਕਰ ਰਿਹਾ ਸਰ। ਅੱਛਾ 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 ਜੀ ਸਰ। ਦੂਸਰੀ ਸਰ ਗੱਲ ਮੈਂ ਇਹ ਕਹਿਣੀ ਚਾਹੁੰਦਾ ਸੀਗਾ ਕਿ ਉਹਦੇ ਵਿੱਚ ਤੁਸੀਂ ਜਾਣਕਾਰੀ ਜਿਹੜੀ ਲੇਖਕਾਂ ਬਾਰੇ ਦਿੱਤੀ ਹੈ ਉਹ ਥੋੜੀ ਹੋਰ ਡਿਟੇਲ ਚ ਦਿੰਦੇ ਤਾਂ ਬੜਾ ਚੰਗਾ ਲੱਗਣਾ ਸੀ, ਉਹਨਾਂ ਸ਼ਖਸੀਅਤਾਂ ਬਾਰੇ, ਕਿਉਂਕਿ ਉਹਨਾਂ ਵਿੱਚੋਂ ਕਈ ਬਾਰੇ ਮੈਂ ਨਹੀਂ ਸੁਣਿਆ ਸੀਗਾ। ਦੂਜੀ ਗੱਲ ਸਰ ਮੈਂ ਇਹ ਕਹਿਣੀ ਚਾਹੁੰਦਾ ਕਿ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਹੜੀ ਕਿਤਾਬਾਂ ਲਿਖੀਆਂ ਹੋਈਆਂ ਨੇ ਸਰ, ਉਹਨਾਂ ਦਾ ਜਿਹੜਾ ਮਿਆਰ ਆ ਮੇਰੀ ਨਜ਼ਰ ਵਿੱਚ ਕੋਈ ਬਹੁਤ ਜਿਹੜਾ ਕਹਾਣੀਆਂ ਜਾਂ ਕਵਿਤਾਵਾਂ ਨੇ ਉਹ ਕੋਈ ਬਹੁਤ ਉੱਚ ਪੱਧਰ ਦਾ ਨਹੀਂ ਕਹਿ ਸਕਦੇ, ਕਿਉਂਕਿ ਖੁਦ ਅਸੀਂ ਬਚਪਨ ਵਿੱਚ ਪੜ੍ਹ ਕੇ ਆਏ ਆ। ਤੇ ਦੂਜੀ ਗੱਲ ਮੈਂ ਸਰ ਉਹਨਾਂ ਵਿੱਚ ਇੱਕ ਗੱਲ ਦੇਖੀ ਹੈ ਕਿ ਉਹਨਾਂ ਵਿੱਚ ਮਿਸਟੇਕਸ ਬਹੁਤ ਨੇ, ਜਿਹੜੀਆਂ ਕਿ ਵਿਆਕਰਣ, ਜਿਵੇਂ ਆਪਾਂ ਕਹਿੰਦੇ ਪੰਜਾਬੀ ਦੇ ਸ਼ਬਦਾਂ ਨੂੰ ਥੋੜਾ ਜਿਹਾ ਲਿਖਿਆ ਗਿਆ ਇਸ ਤਰ੍ਹਾਂ ਕਿ ਉਹ ਪੰਜਾਬੀ ਦੇ ਸ਼ਬਦ ਲੱਗਦੇ ਹੀ ਨਹੀਂ। ਤਾਂ ਮੇਰੇ ਸਰ ਵੱਲੋਂ ਇਹ ਸੁਝਾਅ ਹੈ ਕਿ ਇਹਨਾਂ ਦੇ ਜਿਹੜੀਆਂ ਪੁਰਾਣੇ ਜਿਹੜੇ ਸਾਡੇ ਲੇਖਕ ਸੀਗੇ ਜਿਨ੍ਹਾਂ ਦੇ ਅਸੀਂ ਪੜ੍ਹ ਕੇ ਆਏ, ਜਿਵੇਂ ਧਨੀ ਰਾਮ ਚਾਤਰਿਕ ਜਾਂ ਬਚਪਨ ਵਿੱਚ ਜੋ ਵੀ ਅਸੀਂ ਲੇਖਕ ਪੜ੍ਹੇ ਨੇ, ਉਹਨਾਂ ਦੀ ਕਵਿਤਾਵਾਂ ਨੂੰ ਜਾਂ ਉਹਨਾਂ ਦੀਆਂ ਰਚਨਾਵਾਂ ਨੂੰ ਸਰ ਇਹਦੇ ਵਿੱਚ ਸ਼ਾਮਲ ਕਿਉਂ ਨਹੀਂ ਨਵੀਂ ਕਿਤਾਬਾਂ 'ਚ ਕੀਤਾ ਜਾ ਰਿਹਾ? ਮੈਂ ਚਾਹੁੰਦਾ ਸੀ ਕਿ ਕੁਝ ਪੁਰਾਣੇ ਜਿਹੜੇ ਹੈਗੇ ਬੜੇ ਅੱਛੇ ਅੱਛੇ ਬੱਚਿਆਂ ਬਾਰੇ ਲਿਖਦੇ ਰਹੇ ਨੇ, ਉਹਨਾਂ ਦੀਆਂ ਇਹਨਾਂ ਵਿੱਚ ਹੋਣੀਆਂ ਚਾਹੀਦੀਆਂ ਸੀ। ਤਾਂ ਸਰ ਤੁਸੀਂ ਇਸ ਬਾਰੇ ਕੁਝ ਵਿਚਾਰ ਦੱਸ ਸਕਦੇ ਹੋ? ਥੈਂਕ ਯੂ ਸਰ, ਤੁਹਾਡਾ ਸ਼ੁਕਰੀਆ। ਮਿਹਰਬਾਨੀ। ਦੇਖੋ, ਮੈਂ ਜਦੋਂ ਇਹ ਲੈਕਚਰ ਦੇਣਾ ਸ਼ੁਰੂ ਕੀਤਾ ਤੇ ਮੈਨੂੰ ਨਹੀਂ ਸੀ ਪਤਾ ਕਿ ਇਹਦੇ ਵਿੱਚ ਮੇਰੇ ਬਹੁਤ ਵਿਦਿਆਰਥੀ ਬੈਠੇ ਹੋਣਗੇ। ਬਹੁਤ ਸਾਰੇ ਇਹਦੇ ਵਿੱਚ ਵਿਦਿਆਰਥੀ ਬੈਠੇ ਨੇ, ਜਿਵੇਂ ਗੁਰਧਿਆਨ ਆ। ਇਸੇ ਤਰ੍ਹਾਂ ਹੀ ਮੈਂ ਬਹੁਤ ਹੀ ਘੱਟ ਲਿਖਦਾ ਹੈਗਾ ਤੇ ਵੀ ਮੇਰੇ ਪਾਠਕ ਵੀ ਇੱਥੇ ਬੈਠੇ ਹੋਣਗੇ। ਚੰਗਾ ਲੱਗਦਾ। ਜਿੱਥੇ ਤੱਕ ਗੱਲ ਹੈਗੀ ਆ ਕਿ ਜਿਹੜੇ ਤੁਸੀਂ ਸੁਝਾਅ ਦਿੱਤੇ ਮੇਰੀ ਕਿਤਾਬ ਬਾਰੇ, ਉਹ ਮੈਂ ਉਸ ਸਮੇਂ ਵੀ ਨੋਟ ਕਰ ਲਏ ਸੀ, ਤੇ ਅਗਲੀ ਜਿਹੜੀ ਕਿਤਾਬ ਆਊਗੀ ਉਹ ਆਮ ਲੋਕਾਂ ਦੇ ਰੇਖਾ ਚਿੱਤਰ ਨੇ, ਉਹਦੇ ਵਿੱਚ ਧਿਆਨ ਰੱਖਾਂਗੇ। ਜਿਹੜੀ ਗੱਲ ਹੈਗੀ ਆ ਆਪਣੀ ਕਿ ਬੋਰਡ ਦੀਆਂ ਕਿਤਾਬਾਂ ਦੇ ਬਾਰੇ, ਮੈਂ 2-3 ਗੱਲਾਂ ਇਹਦੇ ਬਾਰੇ ਅਧਿਆਪਕਾਂ ਨੂੰ ਸੁਜੈਸ਼ਨ ਦੇਣੀ ਚਾਹਣਾ। ਇੱਕ ਤਾਂ ਮੈਂ ਇਹ ਕਿ ਜਦੋਂ ਤੁਸੀਂ ਇਸ ਕਿੱਤੇ ਦੇ ਵਿੱਚ ਆ ਗਏ ਤੇ ਲਗਭਗ ਇਸ ਵੇਲੇ ਤੁਹਾਡਾ ਇਹੀ ਕਿੱਤਾ ਰਹਿਣਾ, ਤਾਂ ਤੁਹਾਡੇ ਲਈ ਇਹ ਬੜਾ ਜ਼ਰੂਰੀ ਆ ਕਿ ਤੁਸੀਂ ਜਦੋਂ ਕਿਤਾਬ ਪੜ੍ਹਾਉਣੇ ਆ, ਕਲਾਸ ਦੇ ਵਿੱਚ ਪੜ੍ਹਾਉਣੇ ਆ, ਜਿਹੜੀ ਵੀ ਤੁਹਾਨੂੰ ਗਲਤੀ ਦਿਖਾਈ ਦਿੰਦੀ ਹੈ ਉਸ ਗਲਤੀ ਨੂੰ ਖੁਦ ਨੋਟ ਕਰ ਲਓ। ਕਈ ਵਾਰ ਸਾਨੂੰ ਉਹ ਗਲਤੀ ਪਤਾ ਲੱਗ ਜਾਂਦੀ ਹੈ ਪਰ ਸਮੇਂ ਦੇ ਨਾਲ ਅਸੀਂ ਭੁੱਲ ਜਾਂਦੇ ਹਾਂ। ਦੂਜੀ ਗੱਲ ਆ ਜਿਹੜੀ, ਉਹ ਗਲਤੀ ਦੇ ਲਈ ਸ਼ਾਇਸਤਾ ਭਾਸ਼ਾ ਦੇ ਵਿੱਚ ਲਾਜ਼ਮੀ ਤੌਰ ਤੇ ਤੁਸੀਂ ਉਹ ਗੱਲ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਜ਼ਰੂਰ ਲਿਆ ਦਿਓ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੇ ਛਾਪੀ ਆ ਜਾਂ NCERT ਨੇ ਛਾਪੀ ਆ, ਜਿਹਨੇ ਵੀ ਕਿਤਾਬ ਛਾਪੀ ਆ, ਉਹਨਾਂ ਦੇ ਧਿਆਨ 'ਚ ਜ਼ਰੂਰ ਲਿਆਓ ਕਿ ਇਹਦੇ ਵਿੱਚ ਗਲਤੀ ਆ, ਅਸੀਂ ਇਹ ਗਲਤੀ ਨੂੰ ਚਾਹੁੰਦੇ ਆ ਕਿ ਸੁਧਾਰ ਦਿਓ। ਤੀਜਾ ਪੜਾਇਆ ਕਿ ਜਿਹੜੀ ਉਹ ਗਲਤੀ ਆ, ਉਸ ਗਲਤੀ ਹੋਈ ਕਿਉਂ, ਉਹ ਗਲਤੀ ਹੋਈ ਕਿਉਂ, ਇਸ ਬਾਰੇ
ਤੁਹਾਡੇ ਕੀ ਵਿਚਾਰ ਨੇ ਕਿ ਉਹ ਗਲਤੀ ਕਿਉਂ ਹੋਈ ਹੋਊਗੀ? ਕੀ ਉਹ ਬੰਦੇ ਆ ਜਿਹੜੇ ਉਹਨਾਂ ਨੂੰ ਵਿਆਕਰਣ ਨਹੀਂ ਆਉਂਦੀ, ਲਿਖਣਾ ਨਹੀਂ ਆਉਂਦਾ, ਜਾਂ ਪ੍ਰਿੰਟਿੰਗ ਮਿਸਟੇਕ ਆ? ਉਹ ਗਲਤੀ ਦੇ ਬਾਰੇ ਤੁਸੀਂ ਜਨਤਕ ਪਲੇਟਫਾਰਮ ਮੁੱਖ ਤੌਰ ਤੇ ਪਹਿਲੇ ਜ਼ਮਾਨੇ ਦੇ ਵਿੱਚ ਤਾਂ ਅਖਬਾਰ ਹੁੰਦੇ ਸੀ, ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤੁਸੀਂ ਉਹਦੀ ਚਰਚਾ ਕਰੋ ਕਿ ਆਹ ਭਾਈ ਗਲਤੀ ਆ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕੁਝ ਚੀਜ਼ਾਂ ਨੂੰ ਅਸੀਂ ਗਲਤੀ ਸਮਝਦੇ ਹਾਂ, ਉਹ ਗਲਤੀ ਨਹੀਂ ਹੁੰਦੀ, ਤਾਂ ਉੱਥੇ ਸਾਡੀ ਪਰਖ ਪੜਤੋਲ ਹੋ ਜਾਂਦੀ ਆ ਕਿ ਕੀ ਇਹ ਗੱਲ ਸੱਚਮੁੱਚ ਹੀ ਸਹੀ ਆ। ਦੂਸਰਾ ਇਹ ਕਿ ਜਿਹੜੇ ਵਿਸ਼ਾ ਮਾਹਰ ਹੁੰਦੇ ਆ, ਆਮ ਕਰਕੇ ਉਹ ਸਕੂਲਾਂ ਦੇ ਅਧਿਆਪਨ ਤੋਂ ਟੁੱਟੇ ਹੋਏ ਹੁੰਦੇ ਆ। ਸਕੂਲਾਂ ਦੇ ਅਧਿਆਪਨ ਦਾ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਉੱਥੇ ਕੀ ਵਾਪਰ ਰਿਹਾ। ਭਾਵਾਂ ਨਿਯਮਾਂ ਦੀ ਪੂਰਤੀ ਲਈ ਅਧਿਆਪਕ ਵੀ 1 ਜਾਂ 2 ਅਧਿਆਪਕ ਉਹਦੇ ਵਿੱਚ ਬੁਲਾਏ ਜਾਂਦੇ ਆ, ਪਰ ਅਧਿਆਪਕ ਆਮ ਕਰਕੇ ਘੱਟ ਗਿਣਤੀ ਦੇ ਵਿੱਚ ਹੁੰਦੇ ਆ ਉੱਥੇ, ਬਹੁਤੇ ਜਿਹੜੇ ਵਿਸ਼ਾ ਮਾਹਰ ਹੀ ਹੁੰਦੇ। ਉਸ ਸਥਿਤੀ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਹੁੰਦਾਗਾ। ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਗੱਲਾਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਜ਼ਰੂਰ ਲਿਆਓ, ਪਬਲਿਕ ਪਲੇਟਫਾਰਮ ਤੇ ਵੀ ਇਹਨਾਂ ਨੂੰ ਲੈ ਕੇ ਜਾਓ, ਤੇ ਖੁਦ ਵੀ ਇਹ ਲੱਭਣ ਦੀ ਕੋਸ਼ਿਸ਼ ਕਰੋ ਕਿ ਇਹ ਗਲਤੀਆਂ ਕਿਵੇਂ ਹੋਈਆਂ। ਰਹੀ ਗੱਲ ਇਹ ਕਿ ਸਿਲੇਬਸ ਨੂੰ ਨਾ ਬੜਾ ਸੰਤੁਲਿਤ ਬਣਾਉਣਾ ਪੈਂਦਾ, ਕਿਉਂਕਿ ਕੁਝ ਬੰਦੇ ਕਹਿੰਦੇ ਆ ਕਿ ਤੁਸੀਂ ਉਹ ਪੁਰਾਣੇ ਕਵੀ ਹੀ ਵਾਰ-ਵਾਰ ਲਾਈ ਜਾਂਦੇ ਆ, ਸਾਨੂੰ ਤਾਂ ਨਵੇਂ ਬੱਚਿਆਂ ਨੂੰ ਪੜਾਉਣਾ ਬਹੁਤ ਔਖਾ ਹੁੰਦਾ ਕਿ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਇਹ ਤੂੜੀ ਕੀ ਹੁੰਦੀ ਆ ਸਾਨੂੰ ਤਾਂ ਸਮਝਾਉਣਾ ਬਹੁਤ ਔਖਾ ਹੁੰਦਾ ਹੈ, ਹਾੜੀ ਕੀ ਹੁੰਦੀ ਆ, ਹੁਣ ਕਿਹੜੀ ਤੂੜੀ ਕਿਹੜੀ ਹਾੜੀ ਕੰਬਾਈਨ ਇੱਕ ਦਿਨ ਆਉਂਦੀ ਆ ਸਾਰੀ ਆ ਕੇ ਵੱਢ ਕੇ ਜਾ ਵੜਦੀ ਆ, ਤੁਸੀਂ ਨਵੀਆਂ ਗੱਲਾਂ ਦੱਸੋ। ਦੂਜੇ ਪਾਸੇ ਲੋਕ ਕਹਿੰਦੇ ਆ ਕਿ ਇਹ ਸਾਡਾ ਵਿਰਸਾ ਹੈ, ਇਹ ਸਾਡਾ ਪਿਛੋਕੜ ਆ, ਇਸ ਨੂੰ ਅਸੀਂ ਨਾ ਭੁੱਲੀਏ। ਤਾਂ ਸਿਲੇਬਸ ਬਣਾਉਣ ਵਾਲਿਆਂ ਦੇ ਸਾਹਮਣੇ ਵੀ ਇੱਕ ਚੁਣੌਤੀ ਹੁੰਦੀ ਆ ਕਿ ਦੋਹਾਂ ਚੀਜ਼ਾਂ ਦੇ ਵਿੱਚ ਉਹ ਤਾਲਮੇਲ ਬਿਠਾ ਕੇ ਚੱਲੇ। ਪੁਰਾਣੇ ਕਵੀ ਆ ਜਿਹੜੇ ਕਲਾਸੀਕਲ ਕਵੀ ਆ, ਜਿਹੜੇ ਸਰਬ ਪ੍ਰਵਾਨਿਤ ਕਵੀ ਆ, ਉਹ ਵੀ ਸਾਨੂੰ ਲਗਾਉਣੇ ਚਾਹੀਦੇ ਆ। ਇਹਦੇ ਨਾਲ ਨਵੇਂ ਤਜਰਬੇ ਵੀ ਕਰਨੇ ਚਾਹੀਦੇ ਆ, ਨਵੇਂ ਕਵੀ ਵੀ ਲਾਉਣੇ ਚਾਹੀਦੇ ਆ। ਮੈਨੂੰ ਯਾਦ ਆ ਕਿ ਬਹੁਤ ਲੰਮਾ ਸਮੇਂ ਤੱਕ ਮੈਂ ਕਿ ਪਾਤਰ, ਜਗਤਾਰ, ਪਾਸ਼, ਸੁਖਵਿੰਦਰ ਅੰਮ੍ਰਿਤ ਇਹ ਵੀ ਬੋਰਡ ਦੇ ਸਿਲੇਬਸਾਂ ਵਿੱਚ ਸ਼ਾਮਲ ਨਹੀਂ ਸੀਗੇ, ਪਰ ਪਿਛਲੇ ਕੁਝ ਸਮੇਂ ਤੋਂ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਉਹ ਬੋਰਡ ਦੇ ਸਿਲੇਬਸਾਂ ਵਿੱਚ ਸ਼ਾਮਲ ਹੋਣ ਲੱਗੀਆਂ। ਹੁਣ ਜਿਹੜੇ ਹੋਰ ਨਵੇਂ ਕਵੀ ਆ ਉਹਨਾਂ ਦੀਆਂ ਰਚਨਾਵਾਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ, ਪਰ ਜੇ ਸਾਰੇ ਹੀ ਨਵੇਂ ਕਵੀ ਲਾ ਦਈਏ ਤਾਂ ਪੁਰਾਣਿਆਂ ਲਈ ਥਾਂ ਘਟ ਜੇਗੀ, ਜੇ ਸਾਰੇ ਹੀ ਪੁਰਾਣੇ ਕਵੀ ਲਾ ਦਈਏ ਤਾਂ ਫਿਰ ਨਵਿਆਂ ਲਈ ਥਾਂ ਨਹੀਂ ਬਣਦੀਗੀ, ਤੇ ਨਵੇਂ ਬੰਦੇ ਉਹਨਾਂ ਨਾਲ ਰਿਲੇਟ ਨਹੀਂ ਕਰਦੇਗੇ। ਵਿਦਿਆਰਥੀਆਂ ਨੂੰ ਬੜਾ ਚੰਗਾ ਲੱਗਦਾ ਹੈਗਾ ਕਿ ਜਿਹੜਾ ਸਿਲੇਬਸ ਦੇ ਵਿੱਚ ਉਹਨਾਂ ਦੇ ਟੀਚਰ ਲੱਗਿਆ ਹੋਇਆ ਲੇਖਕ ਆ, ਉਹ ਜਦੋਂ ਕਦੇ ਉਹਨਾਂ ਦੇ ਸਕੂਲ ਚ ਆਵੇ ਜਾਂ ਰੇਡੀਓ ਤੇ ਕਦੇ ਬੋਲੇ ਜਾਂ ਟੈਲੀਵਿਜ਼ਨ ਤੇ ਕਦੇ ਦਿਖਾਈ ਦੇਵੇ ਤਾਂ ਉਹ ਰਿਲੇਟ ਕਰਦੇ ਆ ਉਹਦੇ ਨਾਲ, ਆਪਣੇ ਆਪ ਨੂੰ ਉਹਦੇ ਨਾਲ ਜੋੜਦੇ ਆ। ਇਸ ਲਈ ਸਾਨੂੰ ਦੋਹਾਂ ਚੀਜ਼ਾਂ ਦੇ ਵਿੱਚ ਸੰਤੁਲਨ ਬਣਾ ਕੇ ਚੱਲਣਾ ਚਾਹੀਦਾ, ਤੇ ਸੰਤੁਲਨ ਬਣਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ।